ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪਹਿਲਾਂ ਹੀ ਆਖ ਚੁੱਕੇ ਹੈ ਕਿ ਆਰਡੀਨੈਂਸ ਜਿਹੜੇ ਹੈਗੇ ਆ ਕਿਸਾਨ ਵਿਰੋਧੀ ਹੈ। ਹੁਣ ਇੱਕ ਦਿਨ ਪਹਿਲਾਂ ਕਾਂਗਰਸ ਪਾਰਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਪਾਰਟੀ ਦੇ ਵਿਧਾਇਕਾਂ ਤੇ ਕੁਝ ਮੰਤਰੀਆਂ ਦੇ ਨਾਲ ਮੀਟਿੰਗ ਕਰਕੇ ਫੈਸਲਾ ਲਿਆ ਹੈ ਕਿ ਇਹਨਾਂ ਆਰਡੀਨੈਂਸਾਂ ਦੇ ਖਿਲਾਫ ਪੰਜਾਬ ਦੇ ਵਿੱਚ ਜਨ ਅੰਦੋਲਨ ਸ਼ੁਰੂ ਕੀਤਾ ਜਾਏਗਾ। ਅਕਾਲੀ ਦਲ ਵੱਲੋਂ ਇਹ ਵੀ ਕਿਹਾ ਜਾ ਰਿਹਾ ਹੈ ਕਿ ਕੈਪਟਨ ਅਮਰਿੰਦਰ ਨੇ ਤਾਂ ਪਹਿਲਾਂ ਹੀ ਜਿਹੜਾ ਹੈਗਾ ਮੰਡੀਕਰਨ 'ਚ ਸੋਧ ਕਰਕੇ ਜਿਹੜਾ ਪ੍ਰਾਈਵੇਟ ਮੰਡੀਆਂ ਨੂੰ ਇਜਾਜ਼ਤ ਦਿੱਤੀ ਸੀ, ਤੇ ਹੁਣ ਕਿਉਂ ਕਹਿੰਦੇ ਇਸ ਗੱਲ ਦਾ ਵਿਰੋਧ ਕੀਤਾ ਜਾ ਰਿਹਾ ਹੈ। ਪਹਿਲਾਂ ਤਾਂ ਇਹਨਾਂ ਨੇ 2017 ਦੇ ਵਿੱਚ ਇਹ ਐਕਟ ਪਾਸ ਕਰਿਆ ਔਰ ਸਾਨੂੰ ਦੱਸ ਰਹੇ ਹੈਗੇ ਕਿ ਬਾਂਹ ਪਰੋੜੀ ਸੀ ਤਾਂ ਪਤਾ ਸੀ ਡਰਦਿਆਂ ਨੇ। ਪਾਰਟੀ ਆਪਣਾ ਸਰਕਾਰ ਨਹੀਂ ਇਹਨਾਂ ਨੇ ਛੱਡੀ, ਸਰਕਾਰ ਦੇ ਵਿੱਚ ਬੈਠੇ ਰਹੇ। ਕਾਰਨੀ ਜੀ ਦੀਆਂ ਕਿਸਾਨ ਜਥੇਬੰਦੀਆਂ ਉਹਨਾਂ ਨੇ ਤਾਂ ਸੱਤਾ 'ਚ ਨਹੀਂ ਆਉਣਾ ਨਾ, ਉਹ ਵੀ ਵਿਰੋਧ ਕਰ ਰਹੀਆਂ। ਉਹਨਾਂ ਦੀ ਗੱਲ ਉਹਨਾਂ ਦਾ ਸ਼ੰਕਾ ਹੋ ਸਕਦਾ, ਹਾਲੇ ਆਰਡੀਨੈਂਸ ਜਿਹੜਾ ਹੈਗਾ ਕਿਸੇ ਜਿਹੜੀ ਕਿਸਾਨ ਜਥੇਬੰਦੀ ਨੇ ਨਹੀਂ ਪੜ੍ਹਿਆ ਹੈਗਾ, ਇਸ ਕਰਕੇ ਸ਼ੰਕੇ ਹੋ ਸਕਦੇ ਆ। ਸ਼ੰਕਿਆਂ ਨੂੰ ਜਿਹੜਾ ਹੈਗਾ ਦੂਰ ਕਰਨਾ ਜਾਂ ਤਾਂ ਕਾਂਗਰਸ ਨੇ ਕਰਨਾ ਹੈ ਜਾਂ ਸ਼੍ਰੋਮਣੀ ਅਕਾਲੀ ਦਲ ਨੇ ਕਰਨਾ ਹੈਗਾ। ਧਾਰਨੀ ਸਾਹਿਬ ਕਹਿ ਰਹੇ ਆ ਨਾ ਕਿਸਾਨ ਜਥੇਬੰਦੀਆਂ ਨੇ ਇਹ ਆਰਡੀਨੈਂਸ ਪੜ੍ਹੇ ਹੀ ਨਹੀਂ ਹੈਗੇ, ਠੀਕ ਹੈ ਨਾ। ਲੇਕਿਨ ਮੁਲਕ ਦੇ ਵਿੱਚ ਖੇਤੀਬਾੜੀ ਦੇ ਬਹੁਤ ਸਾਰੇ ਐਕਸਪਰਟ ਹੈਗੇ ਨੇ, ਕਿਸੇ ਵੀ ਐਕਸਪਰਟ ਨੇ ਇਹਨਾਂ ਆਰਡੀਨੈਂਸਾਂ ਦੀ ਹਮਾਇਤ ਨਹੀਂ ਕੀਤੀ। ਉਹ ਆਪਣੀ ਸਪੀਚ ਦੇ ਵਿੱਚ ਕਹਿ ਰਹੇ ਨੇ ਕਿ ਜਿਹੜੇ ਇਹਨਾਂ ਆਰਡੀਨੈਂਸ ਨੂੰ ਅਸੀਂ ਜਾਰੀ ਕਰਨ ਤੋਂ ਪਹਿਲਾਂ ਸਭ ਦੀ ਸਹਿਮਤੀ ਲੈ ਲਈ ਸੀ। ਇਸੇ ਕਰਕੇ ਅਸੀਂ ਡਿਮਾਂਡ ਕਰਦੇ ਹਾਂ ਕਿ ਜਿਹੜਾ ਪੰਜਾਬ ਵਿਧਾਨ ਸਭਾ ਦਾ ਜਿਹੜਾ ਹੈਗਾ ਸੈਸ਼ਨ ਬੁਲਾਇਆ ਜਾਵੇ, ਉਹਦੇ ਲਾਈਵ ਟੈਲੀਕਾਸਟ ਹੋਵੇ ਤਾਂ ਕਿ ਲੋਕ ਉਹਨੂੰ ਦੇਖ ਸਕਣ ਕਿ ਦੁੱਧ ਦਾ ਦੁੱਧ, ਪਾਣੀ ਦਾ ਪਾਣੀ ਹੋਵੇ, ਕਿਹੜੀ ਪਾਰਟੀ ਕਿਹਦੀ ਹਮਾਇਤ ਦੇ ਵਿੱਚ ਕਿੱਥੇ ਖੜੀ ਹੈਗੀ ਹੈ। ਲੋਕ ਮੰਗ ਤਾਂ MSP ਦੀ ਕਰ ਰਹੇ ਸੀ। MSP ਜਿਵੇਂ ਸੁਖਦੇਵ ਜੀ ਨੇ ਵੀ ਦੱਸਿਆ ਕਿ 6% ਲੋਕਾਂ ਨੂੰ ਸਿਰਫ MSP ਮਿਲਦੀ ਹੈ। ਪੂਰੇ ਹਿੰਦੁਸਤਾਨ ਦਾ ਕਿਸਾਨ ਜਿਹੜਾ ਹੈਗਾ ਉਹ ਅੰਦੋਲਨ ਦੇ ਰਾਹ ਤੇ ਹੈਗਾ, ਉਹ ਵੀ ਸਿਰਫ 2 ਫਸਲਾਂ ਦੀ। MSP ਦਾ ਮਤਲਬ ਕੋਈ ਮੈਕਸਿਮਮ ਨਹੀਂ ਹੁੰਦਾ, MSP ਦਾ ਮਤਲਬ ਮਿਨੀਮਮ ਸਪੋਰਟ ਪ੍ਰਾਈਸ ਜੋ ਉਹਦੀ ਕਿਸਾਨ ਦੀ ਕਾਸਟ ਹੈਗੀ ਹੈ ਉਸ ਦੇ ਉੱਤੇ। ਯਾਰ ਕੀ ਗੱਲ ਕਰ ਰਹੇ ਹੋ? ਹੁਣ 2 ਏਕੜ ਵਾਲਾ ਕਿਸਾਨ ਕਿਹੜੀ ਥਾਂ ਤੇ ਆਪਣੀ ਫਸਲ ਲੈ ਕੇ ਜਾਏਗਾ? ਉਹ ਵਿਚਾਰਾ ਕਿਸਾਨ ਅਸੀਂ ਆਪਣੀ ਅੱਖੀਂ ਵੇਖਿਆ ਹੈਗਾ, ਸਬਜ਼ੀ ਆਪਦੀ ਮਰਜ਼ੀ ਨਾਲ ਵੇਚਦਾ ਨਾ, ਤੇ ਫਿਰ ਵਿਚਾਰਾ ਮੰਡੀ ਦੇ ਵਿੱਚ ਸਬਜ਼ੀ ਲੈ ਕੇ ਆਉਂਦਾ, ਗੋਭੀ ਉਹ ਵਿਕਦੀ ਹੈ ਉਹਦੀ 2 ਰੁਪਈਆਂ ਦੀ, ਅੱਗੇ ਜਾਨੀ ਕਿ ਕੰਜ਼ੂਮਰ ਨੂੰ ਮਿਲਦੀ ਹੈ 25 ਰੁਪਈਆਂ ਦੀ, ਕਿ ਕਿਸਾਨ ਨੂੰ ਉਸਦਾ ਭਾਅ ਮਿਲਦਾ ਹੈਗਾ? ਇਹ ਵੱਡੇ ਵੱਡੇ ਧਨਾਡਾ ਵਾਸਤੇ ਖੋਲਿਆ ਜਾ ਰਿਹਾ ਹੈ, ਇਹ ਅੰਬਾਨੀਆਂ ਤੇ ਅਡਾਨੀਆਂ ਦੇ ਹੱਥਾਂ ਦੇ ਵਿੱਚ ਦੇਸ਼ ਨੂੰ ਦਿੱਤਾ ਜਾ ਰਿਹਾ ਹੈ। ਇਹ ਦੋਨੋਂ ਪਾਰਟੀਆਂ ਇਸ ਹਮਾਮ ਦੇ ਵਿੱਚ ਨੰਗੀਆਂ ਨੇ। ਨਜ਼ਰੀਆ ਦੀ ਡਿਬੇਟ ਜਗਤਾਰ ਸਿੰਘ ਸਿੱਧੂ ਵੱਲੋਂ ਦਰਸ਼ਕਾਂ ਦਾ ਸਵਾਗਤ। ਕੇਂਦਰ ਵੱਲੋਂ ਖੇਤੀ ਨਾਲ ਜੁੜੇ ਮੁੱਦਿਆਂ 'ਤੇ ਜਿਹੜੇ 3 ਆਰਡੀਨੈਂਸ ਲਿਆਂਦੇ ਗਏ ਹੈ, ਉਹਨਾਂ ਨੇ ਪੰਜਾਬ ਦੇ ਰਾਜਸੀ ਤੇ ਕਿਸਾਨੀ ਹਲਕਿਆਂ 'ਚ ਹਲਚਲ ਮਚਾ ਦਿੱਤੀ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪਹਿਲਾਂ ਹੀ ਆਖ ਚੁੱਕੇ ਹੈ ਇਹ ਆਰਡੀਨੈਂਸ ਜਿਹੜੇ ਹੈਗੇ ਆ ਕਿਸਾਨ ਵਿਰੋਧੀ ਹੈ। ਹੁਣ ਇੱਕ ਦਿਨ ਪਹਿਲਾਂ ਕਾਂਗਰਸ ਪਾਰਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਪਾਰਟੀ ਦੇ ਵਿਧਾਇਕਾਂ ਤੇ ਕੁਝ ਮੰਤਰੀਆਂ ਦੇ ਨਾਲ ਮੀਟਿੰਗ ਕਰਕੇ ਫੈਸਲਾ ਲਿਆ ਹੈ ਕਿ ਇਹਨਾਂ ਆਰਡੀਨੈਂਸਾਂ ਦੇ ਖਿਲਾਫ ਪੰਜਾਬ ਦੇ ਵਿੱਚ ਜਨ ਅੰਦੋਲਨ ਸ਼ੁਰੂ ਕੀਤਾ ਜਾਏਗਾ। ਜਿੱਥੋਂ ਤੱਕ ਸਵਾਲ ਹੈ ਸ਼੍ਰੋਮਣੀ ਅਕਾਲੀ ਦਲ ਦਾ, ਆਰਡੀਨੈਂਸ ਦੀ ਹਮਾਇਤ 'ਤੇ ਖੜਾ ਹੈ ਤੇ ਨਾਲ ਇਹ ਵੀ ਕਿਹਾ ਜਾ ਰਿਹਾ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਇਹਨਾਂ ਮੁੱਦਿਆਂ 'ਤੇ ਰਾਜਨੀਤੀ ਕਰ ਰਹੇ ਹੈ। ਆਮ ਆਦਮੀ ਪਾਰਟੀ ਤੇ ਪੰਜਾਬ ਦੀਆਂ ਜਿਹੜੀਆਂ ਦੂਜੀਆਂ ਰਾਜਸੀ ਧਿਰਾਂ ਉਹਨਾਂ ਵੱਲੋਂ ਵੀ ਇਹਨਾਂ ਆਰਡੀਨੈਂਸਾਂ ਦਾ ਵਿਰੋਧ ਕੀਤਾ ਜਾ ਰਿਹਾ ਹੈ। ਇਹ ਵੀ ਮੰਗ ਕੀਤੀ ਜਾ ਰਹੀ ਹੈ ਕਿ ਇਹਨਾਂ ਮੁੱਦਿਆਂ 'ਤੇ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਜਿਹੜਾ ਸੈਸ਼ਨ ਹੈ ਬੁਲਾਇਆ ਜਾਵੇ ਤਾਂ ਕਿ ਪੰਜਾਬ ਦੀ ਜਿਹੜੀ ਤਾਕਤ ਆ ਉਹ ਇੱਕ ਥਾਂ ਇਕੱਠੇ ਹੋ ਕੇ ਕੇਂਦਰ ਨੂੰ ਇਸ ਦਾ ਸੁਨੇਹਾ ਦਿੱਤਾ ਜਾ ਸਕੇ। ਇਹਨਾਂ ਮਾਮਲਿਆਂ 'ਤੇ ਮੇਰੇ ਨਾਲ ਪੈਨਲ 'ਤੇ ਇਸ ਵੇਲੇ ਸਾਡੇ ਖਾਸ ਮਹਿਮਾਨ ਜੁੜ ਚੁੱਕੇ ਹੈ। ਸੁਖਦੇਵ ਸਿੰਘ ਜੀ ਕਾਂਗਰਸ ਪਾਰਟੀ ਦੇ ਬੁਲਾਰੇ, ਅਮਰਜੀਤ ਸਿੰਘ ਧਾਰਨੀ ਜੀ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ, ਆਮ ਆਦਮੀ ਪਾਰਟੀ ਦੇ ਬੁਲਾਰੇ ਨੀਲ ਗਰਗ ਜੀ। ਤਿੰਨੇ ਮਹਿਮਾਨਾਂ ਨੂੰ ਮੈਂ ਤੁਹਾਡੇ ਵੱਲੋਂ ਜੀ ਆਖਦਾ, ਵੈਲਕਮ ਕਰਦਾ। ਸੁਖਦੇਵ ਜੀ, ਇਸ ਮਾਮਲੇ 'ਤੇ ਮੈਂ ਪਹਿਲਾ ਸਵਾਲ ਤੁਹਾਡੇ ਕੋਲੋਂ ਲੈਣ ਲੱਗਿਆ ਹਾਂ। ਜਿੱਦੋਂ ਤੱਕ ਸਵਾਲ ਹੈ ਖੇਤੀ ਦੇ 3 ਆਰਡੀਨੈਂਸਾਂ ਦਾ, ਜਿਨ੍ਹਾਂ 'ਚ ਮੰਡੀਕਰਨ ਦਾ ਮਾਮਲਾ ਹੈ, ਜਿਨ੍ਹਾਂ 'ਚ ਫਸਲਾਂ ਦੇ ਭਾਅ ਤੈਅ ਕਰਨ ਦਾ ਮਾਮਲਾ ਹੈ, ਜਿਨ੍ਹਾਂ ਦੇ ਵਿੱਚ ਜਿਹੜਾ ਕਾਰਪੋਰੇਟ ਹਾਊਸ ਹੈ ਉਹਨਾਂ ਨਾਲ ਕਿਸਾਨ ਦੀ ਸੌਦੇਬਾਜ਼ੀ, ਤੇ ਇਸੇ ਤਰੀਕੇ ਨਾਲ ਜਿਹੜੀਆਂ ਜ਼ਰੂਰੀ ਵਸਤਾਂ 'ਚੋਂ ਕੁਝ ਖੇਤੀ ਆਈਟਮਾਂ ਨੂੰ ਕਿਵੇਂ ਬਾਹਰ ਕੱਢਿਆ ਗਿਆ। ਇਹਨਾਂ ਸਾਰੇ ਮੁੱਦਿਆਂ 'ਤੇ ਕਾਂਗਰਸ ਪਾਰਟੀ ਨੇ ਜਿਹੜਾ ਜਨ ਅੰਦੋਲਨ ਸ਼ੁਰੂ ਕਰਨ ਦਾ ਫੈਸਲਾ ਲਿਆ ਹੈ। ਕੀ ਜ਼ਰੂਰਤ ਹੈ ਕਿ ਜਨ ਅੰਦੋਲਨ ਬਗੈਰ ਗੁਜ਼ਾਰਾ ਨਹੀਂ ਹੋ ਸਕਦਾ?
ਕਿਉਂ ਜ਼ਰੂਰਤ ਹੈ ਏਡੀ ਵੱਡੀ ਮੁਹਿੰਮ ਛੇੜਨ ਦੀ? ਸੁਖਦੇਵ ਜੀ। ਦੇਖੋ ਸਰਦਾਰ ਜਗਤਾਰ ਸਿੰਘ ਜੀ, ਵੀ ਜਿਹੜੀ ਤੁਸੀਂ ਇਹ ਗੱਲ ਕੀਤੀ ਹੈ ਵੀ ਜੇ ਜਨ ਅੰਦੋਲਨ ਬਿਨਾਂ ਪੰਜਾਬ ਤੇ ਬਿਲਕੁਲ ਕਿਸੇ ਨੂੰ ਇਹੋ ਜਿਹੇ ਮਾਹੌਲ ਦੇ ਵਿੱਚ ਕਰੋਨਾ ਦੇ ਵਿੱਚ ਕੋਈ ਵੀ ਜਨ ਅੰਦੋਲਨ ਦੇ ਵਿੱਚ ਨਹੀਂ ਜਾਣਾ ਚਾਹੀਦਾ। ਪਰ ਦੇਖੋ ਸਾਡਾ ਜਿਹੜਾ ਇੱਕ ਸੂਬਾ ਹੈ ਇਹ ਖੇਤੀ ਪ੍ਰਧਾਨ ਸੂਬਾ ਹੈ। ਅਸੀਂ ਅੱਜ ਜਿਸ ਹਾਲਾਤ ਦੇ ਵਿੱਚ ਇਹ ਆਰਡੀਨੈਂਸ ਆਏ ਨੇ, ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਵੀ ਇਹਨਾਂ ਦੀ ਪਹਿਲੀ ਗੱਲ ਤਾਂ ਮਨਸ਼ਾ ਦੇ ਉੱਤੇ ਹੀ ਸਵਾਲ ਉੱਠਦਾ ਹੈ ਵੀ ਪਿੱਛੇ ਪਾਰਲੀਮੈਂਟ ਦਾ ਸੈਸ਼ਨ ਨਿਕਲਿਆ, ਪਾਰਲੀਮੈਂਟ ਦਾ ਸੈਸ਼ਨ ਅੱਗੇ ਵੀ ਆਉਣਾ ਹੈ, ਔਰ ਜਿਹਨੂੰ ਅਸੀਂ ਸਭ ਤੋਂ ਇੰਪੋਰਟੈਂਟ ਦੇਸ਼ ਦਾ ਇੱਕ ਵਰਗ ਮੰਨਦੇ ਆ ਉਹ ਹੈਗਾ ਖੇਤੀ। ਔਰ ਖੇਤੀ ਦੇ ਵਿੱਚ ਉਹਦੇ ਤੇ ਬਿਨਾਂ ਡਿਸਕਸ਼ਨ ਕੀਤੇ ਤਿੰਨ ਆਰਡੀਨੈਂਸ ਲੈ ਕੇ ਆ ਜਾਣੇ, ਔਰ ਉਹਦੇ ਵਿੱਚ ਬਿਨਾਂ ਡਿਸਕਸ਼ਨ ਕੀਤੇ ਜਿਹੜੇ ਆਰਡੀਨੈਂਸ ਲੈ ਕੇ ਆ ਜਾਣ ਤੇ ਤਾਂ ਨੈਚੁਰਲ ਹੈਗਾ ਵੀ ਜਿਹੜੀ ਸੈਂਟਰ ਦੀ ਸਰਕਾਰ ਦੀ ਮਨਸ਼ਾ ਦੇ ਸ਼ੱਕ ਤਾਂ ਹੋਊਗਾ ਹੀ। ਦੂਜੀ ਗੱਲ, ਔਰ ਇਹ ਕੋਈ ਜਿਹੜਾ ਹੈਗਾ ਇਹ ਕੋਈ ਸ਼ੰਕਾ ਸਾਡਾ ਨਿਰਾਧਾਰ ਨਹੀਂ ਹੈ। ਜੇ ਤੁਸੀਂ ਇਹਦੀ ਪਿਛਲੀ ਬੈਕਗ੍ਰਾਉਂਡ 'ਚ ਚਲੇ ਜਾਓ, ਇਹਨਾਂ ਨੇ ਪਹਿਲਾਂ ਜਦੋਂ ਇਹਨਾਂ ਨੇ ਪਿਛਲੀ 2014 ਤੋਂ 2019 ਵਾਲੀ ਸਰਕਾਰ ਚਲਾਈ ਨਾ, ਇਹਨਾਂ ਨੇ ਉਹਦੇ ਵਿੱਚ ਗਰਾਊਂਡ ਬਣਾਉਣਾ ਸ਼ੁਰੂ ਕੀਤਾ। ਔਰ ਤੁਸੀਂ ਦੇਖਿਆ ਵੀ ਜਦੋਂ 2019 ਵਾਲੀ ਸਰਕਾਰ ਆਈ ਆ, ਇਹਨਾਂ ਨੇ ਜਿਹੜੇ ਕੁਝ ਆਰਡੀਨੈਂਸ ਦੇ ਥਰੂ, ਕੁਝ ਪਾਰਲੀਮੈਂਟ ਦਾ ਮੈਜੋਰਟੀ ਦੇ ਥਰੂ ਇਹਨਾਂ ਨੇ ਜਿਹੜੇ ਆਪਣੇ ਜਿਹੜੇ ਹੈਗਾ ਏਜੰਡਾ ਜਿਹੜਾ ਹੈਗਾ ਉਹਨੂੰ ਇਹਨਾਂ ਨੇ ਅੱਗੇ ਤੋਰਨਾ ਸ਼ੁਰੂ ਕਰ ਦਿੱਤਾ। ਔਰ ਉਹਦੇ ਏਜੰਡੇ ਦੇ ਵਿੱਚ ਇਹਨਾਂ ਦੇ ਇਹ ਵੀ ਹੈ ਵੀ ਜਿਹੜੀ ਸਾਡਾ ਪੰਜਾਬ ਹੈ, ਕਿਉਂਕਿ ਜਿਹੜੀ MSP ਦੀ ਗੱਲ ਕਰਦੇ ਹਾਂ ਅਸੀਂ, MSP ਤਾਂ ਸਾਰੀਆਂ ਚੀਜ਼ਾਂ ਦਾ ਇਹ ਨਿਰਧਾਰਤ ਹੋ ਜਾਂਦਾ ਹੈ, ਪਰ ਜਿਹੜੀਆਂ MSP ਤੇ ਖਰੀਦ ਹੁੰਦੀ ਹੈ ਉਹ ਤਿੰਨ ਹੀ ਸੂਬਿਆਂ ਦੇ ਵਿੱਚ ਹੁੰਦੀ ਹੈ, ਦੋ ਫਸਲਾਂ ਦੀ, ਇੱਕ ਕਣਕ ਦੀ ਤੇ ਚੌਲਾਂ ਦੀ। ਔਰ ਉਹ ਤਿੰਨ ਸੂਬੇ ਨੇ ਪੰਜਾਬ, ਹਰਿਆਣਾ ਤੇ ਕਰਨਾਟਕ। ਔਰ ਅੱਜ ਇਹ ਇਸ ਗੱਲ ਦੇ ਉੱਤੇ ਆ ਕੇ ਇਹਨਾਂ ਨੇ ਜਿਹੜਾ ਇਹ ਆਰਡੀਨੈਂਸ ਲਿਆ ਕੇ ਇੱਕ ਕੋਵਿਡ ਦਾ ਔਰ ਉਹਦੇ ਵਿੱਚ ਉਹ ਜਿਹੜਾ ਮਾਹੌਲ ਹੈ ਦੇਸ਼ ਦਾ, ਉਹਦੇ ਫਾਇਦਾ ਉਠਾ ਕੇ ਇਹ ਜਿਹੜਾ ਸਿੱਧਾ ਤੇ ਸਿੱਧਾ ਕਿਸਾਨੀ ਨੂੰ ਮਾਰਨ ਦੇ ਉੱਤੇ ਤੁਲ ਪਏ ਆ। ਅੱਜ ਇਹ ਗੱਲ ਕਰਦੇ ਆ ਆਰਡੀਨੈਂਸ ਦੇ ਥਰੂ ਵੀ ਬੰਦਾ ਦੇਸ਼ ਜਾ ਕੇ ਕਿਤੇ ਮਰਜ਼ੀ ਫਸਲ ਵੇਚ ਆਵੇ। ਸ਼ਾਇਦ ਬੀਜੇਪੀ ਨੂੰ ਨਹੀਂ ਪਤਾ ਜਾਂ ਅਕਾਲੀ ਦਲ ਨੂੰ ਨਹੀਂ ਪਤਾ ਵੀ ਪੰਜਾਬ ਦੀ 85% ਜਿਹੜੀ ਕਿਸਾਨੀ ਹੈ ਉਹ ਛੋਟੀ ਕਿਸਾਨੀ ਹੈ। ਉਹਨੂੰ ਤਾਂ ਆਪਦੇ ਸੰਦ ਵੀ ਪੂਰੇ ਨਹੀਂ, ਉਹਦਾ ਵਿਚਾਰਾ ਕਿਸੇ ਦੇ ਸੰਦ ਧਾਰੇ ਮੰਗ ਕੇ ਤਾਂ ਆਪਣੀ ਖੇਤੀ ਕਰਦਾ। ਦੂਜਾ, ਜੇ ਉਹਨੂੰ ਕਿਤੇ ਮੰਡੀ 'ਚ ਵੇਚਣ ਜਾਣਾ ਪੈਂਦਾ ਤਾਂ ਉਹ ਕਿਸੇ ਦੀ ਟਾਲੀ, ਕਿਸੇ ਦਾ ਗੱਡਾ, ਕਿਸੇ ਦਾ ਕੁਝ ਮੰਗ ਕੇ ਜਿਹੜਾ ਹੈਗਾ ਮੰਡੀ ਦੇ ਵਿੱਚ ਆਪਦੀ ਜਿਣਸ ਵੇਚ ਕੇ ਆਉਂਦਾ। ਔਰ ਇਸ ਬਹਾਨੇ ਇਹਨਾਂ ਨੇ ਇਹ ਜਿਹੜੀ ਗੱਲ ਕਰ ਦੇਣੀ, ਇਹ ਪੰਜਾਬ ਦੇ ਨਾਲ ਦਾ ਧਰੋਹ ਹੈ। ਔਰ ਮੈਂ ਇੱਕ ਗੱਲ ਬੜੀ ਜ਼ਿੰਮੇਵਾਰੀ ਨਾਲ ਕਹਿਣਾ ਵੀ ਇੱਕ ਗੱਲ ਇਹ ਪਹਿਲੀ ਵਾਰ ਧਰੋਹ ਨਹੀਂ ਕਮਾਇਆ। ਇਹ ਜਦੋਂ ਅਟਲ ਬਿਹਾਰੀ ਵਾਜਪਾਈ ਜੀ ਦੀ ਸਰਕਾਰ, ਸਰਦਾਰ ਸੁਖਬੀਰ ਸਿੰਘ ਬਾਦਲ ਇੰਡਸਟਰੀ ਮਿਨਿਸਟਰ ਹੁੰਦੇ ਸੀ, ਉਸ ਟਾਈਮ ਦੇ ਉੱਤੇ ਇਹਨਾਂ ਨੇ ਇੱਕ ਐਕਟ ਪਾਸ ਕੀਤਾ ਵੀ ਹਿਮਾਚਲ ਨੂੰ, JNK ਨੂੰ, ਉੱਤਰਾਖੰਡ ਨੂੰ, ਸਾਡੇ ਜਿਹੜੇ ਤਿੰਨੋਂ ਆਲੇ ਦੁਆਲੇ ਸੂਬੇ ਸੀ ਉਹਨਾਂ ਨੂੰ ਸਪੈਸ਼ਲ ਇੰਡਸਟਰੀ ਦਾ ਦਰਜਾ ਦਿੱਤਾ, ਸਪੈਸ਼ਲ ਟੈਕਸ ਹੈਵਨ ਬਣਾ ਕੇ। ਸਾਡੀ ਸਾਰੀ ਜਿੰਨੀ ਵੀ ਸੈਲਰੀ ਸੀ ਲੁਧਿਆਣੇ ਤੋਂ ਉੱਜੜ ਕੇ ਰੁਦਰਪੁਰ ਚਲ ਗਈ। ਔਰ ਸਾਡੀ ਜਿੰਨੀ ਬਾਕੀ ਇੰਡਸਟਰੀ, ਚਾਹੇ ਉਹ ਫਾਰਮਾਂ ਦੀ ਸੀ ਤੇ ਚਾਹੇ ਦੂਜੀ ਸਾਡੀਆਂ ਆਪਣੀਆਂ ਗੋਬਿੰਦਗੜ੍ਹ ਦੀਆਂ ਉਹ ਸੀ ਜਿੰਨੀਆਂ ਵੀ ਆਪਣੀਆਂ ਉਹ ਫਰਨਸਾਂ ਸੀ, ਉਹ ਉੱਜੜ ਕੇ ਬੱਦੀ ਚਲ ਗਈਆਂ। ਇਸ ਕਰਕੇ ਇਹ ਉਦੋਂ ਵੀ ਇਹਨਾਂ ਨੇ ਧਰੋਹ ਕਮਾਇਆ ਪੰਜਾਬ ਨਾਲ। ਇੰਡਸਟਰੀ ਜਾੜੀ ਹੁਣ ਕਿਸਾਨੀ ਨੂੰ ਜਾੜਨ ਤੇ ਤੁਲੇ ਹੋਏ ਨੇ। ਇਸ ਕਰਕੇ ਇਹ ਜਿਹੜਾ ਇਹਦੇ ਉੱਤੇ ਜਨ ਅੰਦੋਲਨ ਕਰਨਾ ਬਣਦਾ। ਔਰ ਅਸੀਂ ਇੱਕ ਗੱਲ ਦਾ ਵਿਸ਼ਵਾਸ ਪਾਉਂਦੇ ਹਾਂ ਪੰਜਾਬ ਦੇ ਲੋਕਾਂ ਨੂੰ, ਪੰਜਾਬ ਦੀ ਕਿਸਾਨੀ ਨੂੰ, ਵੀ ਇਹਦੇ ਉੱਤੇ ਅਸੀਂ ਪਹਿਰਾ ਦੇਵਾਂਗੇ। ਕਾਂਗਰਸ ਪਾਰਟੀ ਪੂਰੀ ਸੁਹਿਰਤਾ ਨਾਲ ਲੜਾਈ ਲੜੂਗੀ। ਜੀ ਸੁਖਦੇਵ ਜੀ, ਬਿਲਕੁਲ। ਜਿਹੜਾ ਮੈਂ ਅੱਗੇ ਜਾਣ ਤੋਂ ਪਹਿਲਾਂ ਇੱਕ ਛੋਟਾ ਜਿਹਾ ਜਿਹੜਾ ਜਵਾਬ ਹੋਰ ਵੀ ਲੈਣਾ ਚਾਹਾਂਗਾ। ਅਕਾਲੀ ਦਲ ਵੱਲੋਂ ਇਹ ਵੀ ਕਿਹਾ ਜਾ ਰਿਹਾ ਹੈ ਕਿ ਕੈਪਟਨ ਅਮਰਿੰਦਰ ਨੇ ਤਾਂ ਪਹਿਲਾਂ ਹੀ ਜਿਹੜਾ ਹੈਗਾ ਮੰਡੀਕਰਨ 'ਚ ਸੋਧ ਕਰਕੇ ਜਿਹੜਾ ਪ੍ਰਾਈਵੇਟ ਮੰਡੀਆਂ ਨੂੰ ਇਜਾਜ਼ਤ ਦਿੱਤੀ ਸੀ, ਤੇ ਹੁਣ ਕਿਉਂ ਕਹਿੰਦੇ ਇਸ ਗੱਲ ਦਾ ਵਿਰੋਧ ਕੀਤਾ ਜਾ ਰਿਹਾ ਹੈ? ਇਹ ਵੀ ਕਿਧਰੇ ਸਵਾਲ ਅਕਾਲੀ ਦਲ ਦੇ ਹਲਕਿਆਂ ਵੱਲੋਂ ਉੱਠਿਆ। ਜੀ ਸੁਖਦੇਵ ਜੀ, ਬਿਲਕੁਲ ਤੁਹਾਡੇ ਤੋਂ ਮੈਂ ਸਵਾਲ ਦੀ ਇੰਤਜ਼ਾਰ ਕਰਦਾ ਸੀ। ਇਹ ਜਿਹੜਾ ਪ੍ਰਚਾਰ ਹੈ ਇਹ ਵੀ ਅਕਾਲੀ ਦਲ ਦਾ ਇੱਕ ਕੂੜ ਪ੍ਰਚਾਰ। ਕੋਈ ਜਿਹੜਾ ਆਰਡੀਨੈਂਸ ਦੇ ਵਿੱਚ ਸੋਧ ਕਰਾਈ ਸੀ ਉਦੋਂ ਵੀ ਇਹਨਾਂ ਨੇ ਬਾਹ ਮਰੋੜ ਕੇ ਸੈਂਟਰ ਦੀ ਸਰਕਾਰ ਨੇ ਬਾਹ ਮਰੋੜ ਕੇ ਕਰਵਾਈ ਸੀ। ਔਰ ਔਰ ਉਹਦੇ ਉੱਤੇ ਇਹਨਾਂ ਨੇ ਕਹਿਤਾ ਸੀ ਤੁਹਾਡੀ CCL ਬੰਦ ਕਰਾਂਗੇ, ਜੇ ਕਹੋਗੇ ਤਾਂ ਅਸੀਂ ਉਹ ਡਾਕੂ ਕਰ ਦਾਂਗੇ, ਅਸੀਂ ਤੁਹਾਡੀ CCL ਬੰਦ ਕਰਾਂਗੇ। ਪਰ ਫਿਰ ਵੀ ਅਸੀਂ ਉਹਨੂੰ ਕਿਤੇ ਉਹ ਲਾਗੂ ਨਹੀਂ ਕੀਤਾ। ਅਸੀਂ ਇਸ ਵਾਰ ਵੀ ਜਿਹੜੀ ਫਸਲ ਸੀ ਉਹ ਆੜ੍ਹਤੀਆਂ ਦੇ ਥਰੂ ਚੱਕੀ ਹੈ। ਔਰ ਇਸ ਕਰਕੇ ਇਹਨਾਂ ਦਾ ਜਿਹੜਾ ਇਹ ਨਿਰਾਧਾਰ ਨੇ ਇਹ ਗੱਲਾਂ, ਤੇ ਪਰ ਇਹਨਾਂ ਦੀ ਮਨਸ਼ਾ ਜਿਹੜੀ ਹੈਗੀ ਹੈ, ਕਿਉਂਕਿ ਮੈਂ ਤਾਂ ਜੇ ਹੁਣ ਤੁਸੀਂ ਗੱਲ ਸਵਾਲ ਕੀਤਾ ਹੈ, ਮੈਂ ਤਾਂ ਇਹਨਾਂ ਦੇ ਇੱਕ ਬੁਲਾਰੇ ਸਾਹਿਬਾਨ ਨੂੰ ਸੁਣ ਰਿਹਾ ਸੀ ਤਾਂ ਉੱਥੋਂ ਇਹਨਾਂ ਦੀ ਪਾਰਟੀ ਦੀ ਪਾਲਿਸੀ ਬਿਲਕੁਲ ਸਪਸ਼ਟ ਹੋ ਗਈ ਸੀ
ਉਹ ਇੱਕ ਟੀਵੀ ਚੈਨਲ ਤੇ ਬੋਲ ਰਹੇ ਸੀ ਵੀ ਯੂਕਰੇਨ 'ਚ ਤਾਂ ਕਣਕ ਹੀ 900 ਰੁਪਏ ਹੈ, ਅਸੀਂ ਫਿਰ ਇੱਥੇ ਇੰਨੇ ਤੇ ਕਿਉਂ ਖਰੀਦੀਏ। ਅਕਾਲੀ ਦਲ ਦਾ ਬੁਲਾਰਾ ਕਹਿੰਦਾ ਸੀ ਬੀਜੇਪੀ ਦਾ ਤਾਂ ਕਹੇ ਇਸ ਕਰਕੇ ਉਹ ਤਾਂ ਯੂਕਰੇਨ ਨਾਲ ਸਾਡਾ ਉਹ ਕਰ ਰਹੇ ਸੀ, ਪਰ ਉਹ ਇਹ ਨਹੀਂ ਦੇਖਦੇ ਵੀ ਯੂਕਰੇਨ ਦੇ ਵਿੱਚ ਸਬਸਿਡੀ ਕਿੰਨੀ ਮਿਲਦੀ ਹੈ। ਉਹਨਾਂ ਨੇ ਇਹ ਨਹੀਂ ਦੱਸਣਾ ਹੁੰਦਾ ਵੀ ਯੂਕਰੇਨ 'ਚ ਸਬਸਿਡੀ ਕਿੰਨੀ ਮਿਲਦੀ ਹੈ। ਹਾਂਜੀ, ਓਕੇ, ਆਪਾਂ ਜਵਾਬ ਲੈਂਦੇ ਹਾਂ। ਧਾਰਨੀ ਜੀ, ਤੁਸੀਂ ਸੁਖਦੇਵ ਜੀ ਦੇ ਕਮੈਂਟਸ ਵੀ ਸੁਣੇ ਹੈ, ਤੇ ਜਿੱਥੇ ਤੱਕ ਸਵਾਲ ਹੈ, ਕਾਂਗਰਸ ਪਾਰਟੀ ਨੇ ਬਕਾਇਦਾ ਮੀਟਿੰਗ ਕਰਕੇ ਫੈਸਲਾ ਲੈ ਲਿਆ ਕਿ ਜਨ ਅੰਦੋਲਨ ਇਸ ਮੁੱਦੇ ਤੇ ਸ਼ੁਰੂ ਕੀਤਾ ਜਾਏਗਾ। ਭਾਰਤੀ ਜਨਤਾ ਪਾਰਟੀ ਕੇਂਦਰ ਜਿਹੜੀ ਸੱਤਾ 'ਚ ਬੈਠਿਆ ਉਹਨਾਂ ਦਾ ਟਾਰਗੇਟ ਕੀਤਾ ਜਾ ਹੀ ਰਿਹਾ ਹੈ, ਪਰ ਨਾਲ ਇਹ ਕਿਹਾ ਜਾ ਰਿਹਾ ਕਿ ਅਕਾਲੀ ਦਲ ਮੁੱਖ ਤੌਰ ਤੇ ਭਾਈਵਾਲ ਹੈ ਕਿਉਂਕਿ ਕੇਂਦਰ ਦੇ ਵਿੱਚ, ਇਸ ਕਰਕੇ ਅਕਾਲੀ ਦਲ ਵੀ ਜਵਾਬਦੇਹ ਹੈ ਇਹਨਾਂ ਮੁੱਦਿਆਂ ਦੇ ਉੱਪਰ। ਜੀ ਧਾਰਨੀ ਜੀ। ਦੇਖੋ, ਮੈਂ ਸੁਖਦੇਵ ਜੀ ਨੂੰ ਸੁਣ ਰਿਹਾ ਸੀ। ਪਹਿਲੀ ਗੱਲ ਤਾਂ ਮੈਂ ਇਹਨਾਂ ਨੂੰ ਦੱਸ ਦੇਣਾ ਚਾਹੁੰਦਾ ਹੈ ਕਿ ਜਿਹੜੀ MSP ਵਾਲੀ ਖਤਮ ਕਰਨ ਵਾਲੀ ਗੱਲ ਹੈਗੀ ਹੈ, ਉਹ ਸਾਰੇ ਆਰਡੀਨੈਂਸ ਦੇ ਵਿੱਚ ਕਿਤੇ ਨਹੀਂ ਇਹ ਗੱਲ ਹੈਗੀ ਕਿ MSP ਖਤਮ ਕੀਤੀ ਜਾਊਗੀ ਜਾਂ ਸਮਰਥਨ ਮੁੱਲ ਹੈ ਜਿਹੜਾ ਕਿਤੇ ਨਹੀਂ ਦਿੱਤਾ ਜਾਊਗਾ। ਦੂਜੀ ਗੱਲ, ਇੱਕ ਅੱਜ ਜਿਹੜਾ ਤੁਸੀਂ ਬੜਾ ਕੁਐਸਚਨ ਇਹਨਾਂ ਨੂੰ ਕਰਿਆ ਕਿ 2017 ਦੇ ਵਿੱਚ ਇਹਨਾਂ ਨੇ APMC ਜਿਹੜਾ ਐਕਟ ਪਾਸ ਕਰਕੇ, ਆਰਡੀਨੈਂਸ ਪਾਸ ਕਰਕੇ, ਉਹ ਵੀ ਆਰਡੀਨੈਂਸ ਸੀ ਪਾਸ ਕਰਕੇ, ਜਿਹੜਾ ਹੈਗਾ ਉਹਦਾ ਜਵਾਬ ਕੀ ਦੇ ਰਹੇ ਆ ਇਹ ਕਿ ਜੀ ਉਹ ਕੇਂਦਰ ਨੇ ਸਾਤੋਂ ਬਾਂਹ ਮਰੋੜ ਕੇ ਕਰਵਾਇਆ ਸੀ। ਅੱਜ ਕੇਂਦਰ ਕਰ ਰਿਹਾ, ਪਹਿਲਾਂ ਇਹਨਾਂ ਤੋਂ ਬਾਂਹ ਮਰੋੜ ਕੇ ਕਰਵਾਇਆ ਸੀ। ਨੁਕਸਾਨ ਕਿਹਨੂੰ ਹੋਇਆ ਸੀ ਇਹ ਦੱਸ ਦੇਣ। ਕੀ ਇਹ ਲੋਕਾਂ ਦੀ ਰਾਜਨੀਤਿਕ ਪਾਰਟੀ ਹੈਗੀ ਹੈ? ਇਹ ਲੋਕਾਂ ਦੇ ਭਲੇ ਲਈ, ਕਿਸਾਨਾਂ ਦੇ ਭਲੇ ਲਈ ਇਹਨਾਂ ਨੇ ਬਾਂਹ ਮਰੋੜੇ ਤੋਂ ਇਹ ਪਾਪਾ ਛੱਡ ਦਿੰਦੇ। ਸਾਤੋਂ ਇਹ ਰੋਜ਼ ਹਰ ਚੈਨਲ ਤੇ ਬੈਠ ਕੇ ਜਿਹੜਾ ਹੈਗਾ ਬੀਬੀ ਹਰਸਿਮਰਤ ਕੌਰ ਬਾਦਲ ਤੋਂ ਜਿਹੜਾ ਹੈਗਾ ਅਸਤੀਫੇ ਦੀ ਮੰਗ ਕਰਦੇ ਆ। ਇਹਨਾਂ ਨੇ ਸੁਣਾ ਦਿੱਤਾ। ਅੱਜ ਇਹਨਾਂ ਦੀ ਸੁਹਿਰਦਤਾ ਦੀ ਇਹ ਗੱਲ ਹੈਗੀ ਆ। ਪਹਿਲਾਂ ਤਾਂ ਇਹਨਾਂ ਨੇ 2017 ਦੇ ਵਿੱਚ ਇਹ ਐਕਟ ਪਾਸ ਕਰਿਆ ਔਰ ਸਾਨੂੰ ਦੱਸ ਰਹੇ ਹੈਗੇ ਕਿ ਬਾਂਹ ਮਰੋੜੀ ਸੀ ਤਾਂ ਪਤਾ ਸੀ, ਡਰਦਿਆਂ ਨੇ। ਪਾਰਟੀ ਆਪਣਾ ਸਰਕਾਰ ਨਹੀਂ ਇਹਨਾਂ ਨੇ ਛੱਡੀ, ਸਰਕਾਰ ਦੇ ਵਿੱਚ ਬੈਠੇ ਰਹੇ, ਕਿਸਾਨਾਂ ਦਾ ਘਾਣ ਕੀਤਾ ਇਹਨਾਂ ਨੇ। ਅੱਜ ਜਿਹੜਾ ਹੈਗਾ ਸੈਂਟਰ ਦੀ ਸਰਕਾਰ ਵੱਲੋਂ ਜਿਹੜਾ ਉਹ ਕੀਤਾ ਗਿਆ ਹੈਗਾ, ਉਹਦੇ ਤੇ ਬਕਾਇਦਾ ਜਿਹੜਾ ਉਹਨਾਂ ਨੇ ਕਲੈਰੀਫਿਕੇਸ਼ਨ ਦੇ ਦਿੱਤੀ ਹੈ ਐਗਰੀਕਲਚਰ ਮਿਨਿਸਟਰ ਨੇ। ਉਹ ਤੋਂ ਬਾਅਦ ਗਡਕਰੀ ਸਾਹਿਬ ਨੇ ਇੱਕ ਬਿਆਨ ਦਿੱਤਾ ਸੀ, ਉਸ ਤੋਂ ਬਿਆਨ ਤੇ ਵੀ ਇਹਨਾਂ ਨੇ ਬੜਾ ਹੌਲਾ ਕਰਿਆ। ਮੈਂ ਇਹਨਾਂ ਨੂੰ ਇੱਕ ਕੁਐਸਚਨ ਕਰਦਾ ਕਾਂਗਰਸ ਦੇ ਬੁਲਾਰੇ ਸੁਖਦੇਵ ਸਿੰਘ ਜੀ ਨੂੰ ਕਿ ਇਹਨਾਂ ਨੇ ਕੁਝ ਟਾਈਮ ਪਹਿਲਾਂ ਜਿਹੜਾ ਹੈਗਾ ਸੀ ਟੋਟਲ ਜਿਹੜਾ ਹੈਗਾ ਇੱਥੇ ਤੋਂ ਪ੍ਰਵਾਸੀ ਜਿਹੜਾ ਸੀ ਉਸ ਨੂੰ ਲੋਕਾਂ ਦੇ ਖਰਚੇ ਤੇ, ਲੋਕਾਂ ਦੇ ਟੈਕਸ ਪੇਅਰ ਦੇ ਉੱਤੇ ਇਹਨਾਂ ਨੇ ਗੱਡੀਆਂ ਬੁੱਕ ਕਰਕੇ ਉਹਨਾਂ ਨੂੰ ਜਿਹੜਾ ਹੈਗਾ ਸੀ ਉਹਨਾਂ ਦੇ ਰਾਜਾਂ ਦੇ ਵਿੱਚ ਪਹੁੰਚਾਇਆ। ਧਾਰਨੀ ਜੀ ਮੇਰੀ ਬੇਨਤੀ ਹੈ, ਇਹਦਾ ਆਰਡੀਨੈਂਸ ਨਾਲ ਕੋਈ ਸੰਬੰਧ ਨਹੀਂ ਨਾ, ਇੱਕ ਵੱਖਰਾ ਮੁੱਦਾ ਹੈ। ਨਾ 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 ਨਾ, ਇਹ ਕਿਸਾਨਾਂ ਦੀ ਸੁਹਿਰਦਤਾ ਦੀ ਤੁਹਾਨੂੰ ਮੈਂ ਗੱਲ ਦੱਸ ਰਿਹਾ ਹੈਗਾ। ਅੱਜ ਇਹ ਦੁਆਰਾ ਸ਼੍ਰੀਮਤੀ ਗਾਂਧੀ ਇਹ ਕਹਿ ਰਹੀ ਹੈ ਕਿ ਉਹਨਾਂ ਨੂੰ ਉਹਨਾਂ ਦੇ ਰਾਜਾਂ ਦੇ ਵਿੱਚੋਂ ਲੈ ਕੇ ਆਓ। ਕੀ ਕਾਂਗਰਸ ਸਰਕਾਰ, ਕਾਂਗਰਸ ਨੇ ਇਹ ਪੈਸੇ ਦੇਣੇ ਆ ਜਾਂ ਟੈਕਸ ਪੇਅਰ ਦਾ ਪੈਸਾ? ਅੱਜ ਕਿਸਾਨ ਹੈ ਜਿਹੜਾ 3000 ਰੁਪਇਆ ਜਿਹੜਾ ਹੈਗਾ ਜੀਰੀ ਦੀ ਲੁਆਈ ਦਾ ਦਿੰਦਾ ਸੀ, ਅੱਜ 6000 ਤੇ 7000 ਤੇ ਜੀਰੀ ਦੀ ਲੁਆਈ ਕਰ ਰਿਹਾ। ਇਹ ਕਿਸਾਨਾਂ ਦੀਆਂ ਗੱਲਾਂ ਕਰਦੇ ਆ, ਇਹ ਸੁਹਿਰਦਤਾ ਦੀਆਂ ਗੱਲਾਂ ਕਰਦੇ ਆ। ਇਹਨਾਂ ਨੇ ਕਿੱਦਣ ਕਿਸਾਨਾਂ ਦੀ ਸੁਹਿਰਦਤਾ ਦੀ ਗੱਲ ਕੀਤੀ ਸੀ? ਔਰ ਦੂਜੀ ਗੱਲ, MSP ਬਾਰੇ ਜਿਹੜੇ ਵੀ ਫੈਸਲੇ ਲੈਣੇ ਹੈਗੇ ਉਹ ਸੈਂਟਰ ਸਰਕਾਰ ਨੇ ਲੈਣੇ ਹੈਗੇ ਆ। ਸੈਂਟਰ ਸਰਕਾਰ ਨੇ ਫੈਸਲਾ ਲਿਆ ਔਰ ਲੋਕਾਂ ਦੇ ਵਿੱਚ ਕਲੀਅਰ ਕਰਤਾ ਹੈਗਾ। ਸ਼੍ਰੋਮਣੀ ਅਕਾਲੀ ਦਲ ਨੇ ਉਸ ਗੱਲ ਨੂੰ ਕਲੀਅਰ ਕਰਤਾ ਹੈਗਾ। ਕਾਂਗਰਸ ਇਹ ਹੈ ਵੀ ਸੈਂਟਰ ਨੇ ਜਿਹੜਾ ਫੈਸਲਾ ਕਰਿਆ ਉਹ ਮੈਂ ਨਾ ਮੰਨੂ। ਜਦੋਂ ਇਹਨਾਂ ਨੇ AMF ਜਿਹੜਾ ਹੈਗਾ ਐਕਟ APMC ਪਾਸ ਕੀਤਾ ਉਦੋਂ ਜੀ ਬਾਂਹ ਮਰੋੜੀ ਸੀ, ਇਸ ਕਰਕੇ ਪਾਸ ਸਾਨੂੰ ਕਰਨਾ ਪੈ ਗਿਆ। ਸੋ ਇਸ ਕਰਕੇ ਦੋ ਗੱਲਾਂ ਨਾ ਕਰੋ। ਸਾਰੇ ਇੱਕ ਸਵਾਲ ਦਾ ਜਵਾਬ ਮੈਂ ਤੁਹਾਡੇ ਤੋਂ ਵੀ ਲੈਣਾ ਚਾਹਾਂਗਾ। ਬਿਲਕੁਲ ਠੀਕ ਹੈ ਕਿ ਜੇ ਤੁਸੀਂ ਕਹਿ ਰਹੇ ਹੋ ਕਿ ਕਾਂਗਰਸ ਪਾਰਟੀ ਇਸ ਮੁੱਦੇ ਤੇ ਰਾਜਨੀਤੀ ਕਰ ਰਹੀ ਹੈ, ਕੈਪਟਨ ਅਮਰਿੰਦਰ ਕਹਿ ਰਿਹਾ ਹੈ, ਸੁਨੀਲ ਜਾਖੜ ਕਹਿ ਰਿਹਾ ਹੈ, ਪਰ ਪੰਜਾਬ ਦੀਆਂ ਜਿਹੜੀਆਂ ਵੱਖ-ਵੱਖ ਕਿਸਾਨ ਜਥੇਬੰਦੀਆਂ ਹੈ ਜਦੋਂ ਉਹ ਅੰਦੋਲਨ ਦੇ ਰਾਹ ਤੇ ਪੈ ਰਹੀਆਂ, ਉਹ ਵੀ ਕਹਿ ਰਹੀਆਂ ਕਿ ਜਿਹੜੇ ਆਰਡੀਨੈਂਸ ਹੈਗੇ, ਜਿਹੜੇ ਖੇਤੀ ਨਾਲ ਜੁੜੇ ਆਰਡੀਨੈਂਸ ਹੈ, ਇਹ ਜਿਹੜਾ ਹੈਗਾ ਖੇਤੀ ਦੇ ਸਿੱਧੇ ਤੌਰ ਤੇ ਖਿਲਾਫ ਜਾਂਦੇ ਆ ਔਰ ਕਿਸਾਨ ਦੇ ਉਜਾੜੇ ਦੇ ਲਈ ਰਾਹ ਖੋਲ੍ਹਦੇ ਆ। ਧਾਰਨੀ ਜੀ, ਜਿਹੜੀਆਂ ਕਿਸਾਨ ਜਥੇਬੰਦੀਆਂ ਉਹਨਾਂ ਨੇ ਤਾਂ ਸੱਤਾ 'ਚ ਨਹੀਂ ਆਉਣਾ ਨਾ, ਉਹ ਵੀ ਵਿਰੋਧ ਕਰ ਰਹੀਆਂ। ਉਹਨਾਂ ਦੀ ਗੱਲ, ਉਹਨਾਂ ਦਾ ਸ਼ੰਕਾ ਹੋ ਸਕਦਾ। ਹਾਲੇ ਆਰਡੀਨੈਂਸ ਜਿਹੜਾ ਹੈਗਾ ਕਿਸੇ ਜਿਹੜੀ ਕਿਸਾਨ ਜਥੇਬੰਦੀ ਨੇ ਨਹੀਂ ਪੜ੍ਹਿਆ ਹੈਗਾ, ਇਸ ਕਰਕੇ ਸ਼ੰਕੇ ਹੋ ਸਕਦੇ ਆ। ਸ਼ੰਕਿਆਂ ਨੂੰ ਜਿਹੜਾ ਹੈਗਾ ਦੂਰ ਕਰਨਾ ਜਾਂ ਤਾਂ ਕਾਂਗਰਸ ਨੇ ਕਰਨਾ ਜਾਂ ਸ਼੍ਰੋਮਣੀ ਅਕਾਲੀ ਦਲ ਨੇ ਕਰਨਾ ਹੈਗਾ। ਔਰ
ਹੈਗੀ ਅੰਦੋਲਨ ਦੀ ਗੱਲ। ਜੇ MSP ਜਾਂ ਆਪਣਾ ਕਿਸਾਨਾਂ ਦਾ ਸਮਰਥਨ ਮੁੱਲ ਹੈ ਜਿਹੜਾ, ਉਹਦੇ ਤੇ ਕਿਸੇ ਕਿਸਮ ਦਾ ਧੱਕਾ ਹੋਊਗਾ ਤਾਂ ਸ਼੍ਰੋਮਣੀ ਅਕਾਲੀ ਦਲ ਸਭ ਤੋਂ ਪਹਿਲੀ ਪਾਰਟੀ ਹੋਊਗੀ ਜਿਹੜੀ ਕਿਸਾਨਾਂ ਦੇ ਮੂਹਰੇ ਹੋ ਕੇ ਜਿਹੜੀ ਹੈਗੀ ਆ ਸੈਂਟਰ ਸਰਕਾਰ ਦੇ ਖਿਲਾਫ। ਇਹਨਾਂ ਵਾਲੀਆਂ ਗੱਲਾਂ ਨਹੀਂ ਅਸੀਂ ਕਰਦੇ ਵੀ ਮੇਰਾ ਤਾਂ ਜੀ ਉਹ ਮੇਰੇ ਜੀ ਉਹ ਸਿਰ 'ਚ ਮੁੱਕਾ ਮਾਰ ਕੇ ਉਹਨਾਂ ਨੇ ਕੰਮ ਕਰਵਾ ਲਿਆ ਤਾਂ ਮੈਨੂੰ ਤਾਂ ਪਤਾ ਹੀ ਨਹੀਂ ਜੀ ਲੱਗਿਆ। ਚਲੋ ਤੁਹਾਨੂੰ ਜੀ ਤੁਹਾਡੀ ਗੱਲ ਆ ਗਈ। ਨੀਲ ਗਰਗ ਕਾਫੀ ਦੇਰ ਦੇ ਇੰਤਜ਼ਾਰ ਕਰ ਰਿਹਾ। ਨੀਲ ਗਰਗ ਜੀ, ਦੋਨੇ ਤਰ੍ਹਾਂ ਸੱਤਾ 'ਚ ਹੈ, ਇੱਕ ਕੇਂਦਰ 'ਚ ਹੈ ਤੇ ਇੱਕ ਪੰਜਾਬ 'ਚ ਹੈ, ਕਾਂਗਰਸ ਪਾਰਟੀ ਤੇ ਅਕਾਲੀ ਦਲ ਭਾਰਤੀ ਜਨਤਾ ਪਾਰਟੀ। ਤੁਸੀਂ ਪੰਜਾਬ 'ਚ ਮੁੱਖ ਵਿਰੋਧੀ ਧਿਰ ਦੇ ਤੌਰ ਤੇ ਭੂਮਿਕਾ ਨਿਭਾ ਰਹੇ ਹੋ। ਜੋ ਕਿਸਾਨਾਂ ਦੇ ਮੁੱਦਿਆਂ ਤੇ ਆਰਡੀਨੈਂਸ ਕੀਤੇ ਜਾ ਰਹੇ ਹੈ, ਇਸ ਮੁੱਦੇ ਤੇ ਆਮ ਆਦਮੀ ਪਾਰਟੀ ਜਿਹੜੀ ਹੈ ਕਿਸ ਦ੍ਰਿਸ਼ਟੀਕੋਣ ਤੋਂ ਦੇਖ ਰਹੀ ਹੈ ਜੋ ਕੁਝ ਸਾਰਾ ਵਰਤਾਰਾ ਵਾਪਰ ਰਿਹਾ ਹੈ? ਜੀ ਗਰਗ ਜੀ। ਸਿੱਧੂ ਸਾਹਿਬ ਦੇਖੋ, ਜੋ ਇਹ ਤਿੰਨੋਂ ਆਰਡੀਨੈਂਸ ਆਏ ਹੈ, ਅਸੀਂ ਇਹ ਸਮਝਦੇ ਹਾਂ ਕਿ ਇਹ ਆਰਡੀਨੈਂਸ ਨੇ ਇਹ ਪੰਜਾਬ ਦੇ ਵੀ ਵਿਰੁੱਧ ਜਾਣਗੇ ਔਰ ਇਹਨਾਂ ਨੇ ਕਿਸਾਨੀ ਦਾ ਲੱਕ ਵੀ ਜਿਹੜਾ ਹੈਗਾ ਉਹ ਤੋੜ ਦੇਣਾ ਹੈਗਾ। ਕਿਉਂਕਿ ਕਿਸੇ ਵੀ ਐਕਸਪਰਟ ਨੇ, ਧਾਰਨੀ ਸਾਹਿਬ ਕਹਿ ਰਹੇ ਆ ਨਾ, ਕਿਸਾਨ ਜਥੇਬੰਦੀਆਂ ਨੇ ਇਹ ਆਰਡੀਨੈਂਸ ਪੜ੍ਹੇ ਹੀ ਨਹੀਂ ਹੈਗੇ, ਠੀਕ ਹੈ ਨਾ। ਲੇਕਿਨ ਮੁਲਕ ਦੇ ਵਿੱਚ ਖੇਤੀਬਾੜੀ ਦੇ ਬਹੁਤ ਸਾਰੇ ਐਕਸਪਰਟ ਹੈਗੇ ਨੇ, ਕਿਸੇ ਵੀ ਐਕਸਪਰਟ ਨੇ ਇਹਨਾਂ ਆਰਡੀਨੈਂਸਾਂ ਦੀ ਹਮਾਇਤ ਨਹੀਂ ਕੀਤੀ। ਔਰ ਉੱਤੋਂ ਜਿਹੜੇ ਹੈਗੇ ਆ ਤੋਮਰ, ਜਿਹੜੇ ਮਿਸਟਰ ਤੋਮਰ ਜਿਹੜੇ ਖੇਤੀਬਾੜੀ ਮੰਤਰੀ ਨੇ, ਉਹ ਆਪਣੀ ਸਪੀਚ ਦੇ ਵਿੱਚ ਕਹਿ ਰਹੇ ਨੇ ਕਿ ਜਿਹੜੇ ਇਹਨਾਂ ਆਰਡੀਨੈਂਸ ਨੂੰ ਅਸੀਂ ਜਾਰੀ ਕਰਨ ਤੋਂ ਪਹਿਲਾਂ ਸਭ ਦੀ ਸਹਿਮਤੀ ਲੈ ਲਈ ਸੀ। ਇਸੇ ਕਰਕੇ ਅਸੀਂ ਡਿਮਾਂਡ ਕਰਦੇ ਹਾਂ ਕਿ ਜਿਹੜਾ ਪੰਜਾਬ ਵਿਧਾਨ ਸਭਾ ਦਾ ਜਿਹੜਾ ਹੈਗਾ ਸੈਸ਼ਨ ਬੁਲਾਇਆ ਜਾਵੇ, ਉਹਦੇ ਲਾਈਵ ਟੈਲੀਕਾਸਟ ਹੋਵੇ ਤਾਂ ਕਿ ਲੋਕ ਉਹਨੂੰ ਦੇਖ ਸਕਣ ਕਿ ਦੁੱਧ ਦਾ ਦੁੱਧ, ਪਾਣੀ ਦਾ ਪਾਣੀ ਹੋਵੇ, ਕਿਹੜੀ ਪਾਰਟੀ ਕਿਹਦੀ ਹਮਾਇਤ ਦੇ ਵਿੱਚ ਕਿੱਥੇ ਖੜੀ ਹੈਗੀ ਹੈ। ਕਿਉਂਕਿ ਇਹਨਾਂ ਆਰਡੀਨੈਂਸ ਦੇ ਨਾਲ ਜਿਹੜਾ ਹੈਗਾ ਕਿਸਾਨਾਂ ਦੀ ਜਿਹੜੀ ਇਬਾਦਤ ਹੈਗੀ ਹੈ ਉਹ ਕੰਧ ਤੇ ਬਿਲਕੁਲ ਹੈਗੀ ਹੈ। ਬਿਲਕੁਲ ਸਹੀ ਗੱਲ ਹੈਗੀ ਹੈ ਕਿ ਕੈਪਟਨ ਸਾਹਿਬ ਨੇ ਅਗਸਤ 2017 ਦੇ ਵਿੱਚ ਇਦਾਂ ਦਾ ਹੀ ਆਰਡੀਨੈਂਸ ਇੱਥੇ ਪਾਸ ਕੀਤਾ ਸੀ। ਜੋ ਉਦੋਂ ਪਾਸ ਕੀਤਾ ਸੀ ਤਾਂ ਇਹ ਹੁਣ ਆਰਡੀਨੈਂਸ ਗਲਤ ਕਿਵੇਂ ਹੋ ਗਿਆ? ਜੇ ਕੈਪਟਨ ਸਾਹਿਬ ਇੰਨੇ ਹੀ ਕਮਜ਼ੋਰ ਨੇ ਕਿ ਪੰਜਾਬ ਦੇ ਹਿੱਤਾਂ ਦੀ ਰਾਖੀ ਨਹੀਂ ਕਰ ਸਕਦੇ, ਜੋ ਅੱਜ ਸੁਖਦੇਵ ਜੀ ਇੱਥੇ ਕਹਿ ਰਹੇ ਨੇ ਕਿ ਸਾਡੀ ਉਦੋਂ ਬਾਂਹ ਮਰੋੜੀ ਗਈ, ਕੀ ਇਹਨਾਂ ਨੇ ਪੰਜਾਬ ਦੇ ਲੋਕਾਂ ਨੂੰ ਦੱਸਿਆ ਕਿ ਕੇਂਦਰ ਸਾਡੀ ਬਾਂਹ ਮਰੋੜ ਰਿਹਾ ਹੈਗਾ ਔਰ ਬਾਂਹ ਮਰੋੜ ਕੇ ਸਾਡੇ ਤੋਂ ਇਸ ਤਰ੍ਹਾਂ ਦੇ ਜਾਨੀ ਕਿ ਆਰਡੀਨੈਂਸ ਉਹ ਪਾਸ ਕਰਵਾ ਰਿਹਾ ਹੈਗਾ? ਸੋ ਮੇਰਾ ਕਹਿਣ ਦਾ ਮਤਲਬ ਇਹ ਹੈਗਾ, ਇਸ ਹਮਾਮ ਦੇ ਵਿੱਚ ਜਿਹੜੇ ਹੈ ਉਹ ਸਾਰੇ ਹੀ ਨੰਗੇ ਹੈ। ਔਰ ਦੂਸਰੇ ਬੰਨੇ ਧਾਰਨੀ ਸਾਹਿਬ ਬੜੇ ਜ਼ੋਰ ਸ਼ੋਰ ਨਾਲ ਕਹਿ ਰਹੇ ਹੈ ਕਿ ਜਿਹੜੀ MSP ਹੈਗੀ ਹੈ ਉਹ ਖਤਮ ਨਹੀਂ ਹੋਊਗੀ। ਧਾਰਨੀ ਸਾਹਿਬ ਕਿਹੜੀ ਦੁਨੀਆ 'ਚ ਰਹਿੰਦੇ ਹੋ? ਕੇਂਦਰ ਦਾ ਇੱਕ ਹੋਰ ਵਜ਼ੀਰ ਮਿਸਟਰ ਗਡਕਰੀ ਕਹਿ ਰਿਹਾ ਹੈਗਾ ਕਿ ਜਿਹੜੀ MSP ਹੈਗੀ ਹੈ ਉਹ ਬਹੁਤ ਜ਼ਿਆਦਾ ਫਸਲਾਂ ਦੇ ਰੇਟ ਹੈਗੇ ਹੈ, ਉਹਦੇ ਮੁਲਕ ਦੀ ਜਿਹੜੀ ਆਰਥਿਕਤਾ ਦੇ ਉੱਤੇ ਰੁਕਾਵਟ ਹੈਗੀ ਹੈ। ਇਸ ਕਰਕੇ ਜਿਹੜਾ ਇਹ MSP ਹੈਗਾ ਇਹ ਬੰਦ ਹੋਣਾ ਚਾਹੀਦਾ। ਇਹਦਾ ਮਤਲਬ ਜੋ ਉਹ ਟੈਸਟ ਕਰ ਕਰਕੇ ਦੇਖ ਰਹੇ ਨੇ, ਲੋਕਾਂ ਦੇ ਚੁੰਡੀ ਵੱਢ ਕੇ ਦੇਖ ਰਹੇ ਨੇ ਕਿ ਲੋਕ ਕਿੰਨਾ ਕੁ ਇਸ ਚੀਜ਼ ਦਾ ਜਿਹੜਾ ਹੈ ਵਿਰੋਧ ਕਰਦੇ ਆ, ਜਦ ਕਿ ਅਸਲੀਅਤ ਇਹ ਹੈਗੀ ਹੈ ਅੱਜ ਪੂਰੇ ਮੁਲਕ ਦੇ ਵਿੱਚ ਲੋਕ ਮੰਗ ਤਾਂ MSP ਦੀ ਕਰ ਰਹੇ ਸੀ। MSP ਜਿਵੇਂ ਸੁਖਦੇਵ ਜੀ ਨੇ ਵੀ ਦੱਸਿਆ ਕਿ 6% ਲੋਕਾਂ ਨੂੰ ਸਿਰਫ MSP ਮਿਲਦੀ ਹੈ। ਪੂਰੇ ਹਿੰਦੁਸਤਾਨ ਦਾ ਕਿਸਾਨ ਜਿਹੜਾ ਹੈਗਾ ਉਹ ਅੰਦੋਲਨ ਦੇ ਰਾਹ ਤੇ ਹੈਗਾ, ਉਹ ਵੀ ਸਿਰਫ 2 ਫਸਲਾਂ ਦੀ। MSP ਦਾ ਮਤਲਬ ਕੋਈ ਮੈਕਸਿਮਮ ਨਹੀਂ ਹੁੰਦਾ, MSP ਦਾ ਮਤਲਬ ਮਿਨੀਮਮ ਸਪੋਰਟ ਪ੍ਰਾਈਸ ਜੋ ਉਹਦੀ ਕਿਸਾਨ ਦੀ ਕਾਸਟ ਹੈਗੀ ਹੈ ਉਸ ਦੇ ਉੱਤੇ। ਤੁਸੀਂ ਅੱਜ ਦੇਖੋ ਕਿ ਮੈਂ ਐਗਜ਼ਾਮਪਲ ਦੇਣਾ ਹੈ, ਵੱਡਾ ਜਿਹੜੀ ਕਿ ਦਿਖਾਇਆ ਜਾ ਰਿਹਾ ਹੈ ਕਿ ਪੂਰਾ ਇੱਕ ਮੰਡੀ। ਯਾਰ ਕੀ ਗੱਲ ਕਰ ਰਹੇ ਹੋ? ਹੁਣ 2 ਏਕੜ ਵਾਲਾ ਕਿਸਾਨ ਕਿਹੜੀ ਥਾਂ ਤੇ ਆਪਣੀ ਫਸਲ ਲੈ ਕੇ ਜਾਏਗਾ? ਉਹ ਵਿਚਾਰਾ ਕਿਸਾਨ ਅਸੀਂ ਆਪਣੀ ਅੱਖੀਂ ਵੇਖਿਆ ਹੈਗਾ, ਸਬਜ਼ੀ ਆਪਦੀ ਮਰਜ਼ੀ ਨਾਲ ਵੇਚਦਾ ਨਾ। ਤੇ ਸਵੇਰੇ ਵਿਚਾਰਾ ਮੰਡੀ ਦੇ ਵਿੱਚ ਸਬਜ਼ੀ ਲੈ ਕੇ ਆਉਂਦਾ, ਗੋਭੀ ਉਹ ਵਿਕਦੀ ਹੈ ਉਹਦੀ 2 ਰੁਪਈਆਂ ਦੀ, ਅੱਗੇ ਜਾਨੀ ਕਿ ਕੰਜ਼ੂਮਰ ਨੂੰ ਮਿਲਦੀ ਹੈ 25 ਰੁਪਈਆਂ ਦੀ। ਕਿ ਕਿਸਾਨ ਨੂੰ ਉਸਦਾ ਭਾਅ ਮਿਲਦਾ ਹੈਗਾ? ਉਹਦੇ ਕੋਲ ਤਾਂ ਇੰਨੇ ਪੈਸੇ ਹੈ ਨਹੀਂ, ਉਹ ਤਾਂ ਵਿਚਾਰਾ ਗੁਜ਼ਾਰਾ ਕਰਦਾ ਹੈਗਾ। ਇਹ ਵੱਡੇ ਧਨਾਡਾ ਵਾਸਤੇ ਖੋਲਿਆ ਜਾ ਰਿਹਾ ਹੈ, ਇਹ ਅੰਬਾਨੀਆਂ ਤੇ ਅਡਾਨੀਆਂ ਦੇ ਹੱਥਾਂ ਦੇ ਵਿੱਚ ਦੇਸ਼ ਨੂੰ ਦਿੱਤਾ ਜਾ ਰਿਹਾ ਹੈ। ਇਸ ਕਰਕੇ ਜਿਹੜਾ ਹੈਗਾ ਇਹ ਦੋਨੋਂ ਪਾਰਟੀਆਂ ਇਸ ਹਮਾਮ ਦੇ ਵਿੱਚ ਨੰਗੀਆਂ ਨੇ। ਆਪਾਂ ਜਵਾਬ ਲੈਣੇ। ਸੁਖਦੇਵ ਜੀ, ਤੁਸੀਂ ਜਿਹੜਾ ਆਮ ਆਦਮੀ ਪਾਰਟੀ ਦੇ ਬੁਲਾਰੇ ਉਹਨਾਂ ਦੇ ਕਮੈਂਟਸ ਵੀ ਸੁਣੇ ਹੈ, ਉਹਨਾਂ ਦਾ ਕਹਿਣਾ ਕਿ ਕਾਂਗਰਸ ਪਾਰਟੀ ਵੀ ਬਰਾਬਰ ਦੀ ਜ਼ਿੰਮੇਵਾਰ ਹੈ, ਬਰਾਬਰ ਦੀ ਤੇਰਾ, ਦੋਨੇ ਹੀ ਹਮਾਮ ਦੇ 'ਚ ਨੰਗੇ ਹੈ। ਕਿਉਂਕਿ ਕਾਂਗਰਸ ਦੇ ਆਪਣੇ ਸਮੇਂ 'ਚ ਵੀ ਜਿਹੜੀ ਕਿਸਾਨੀ ਦੀ ਹਮਾਇਤ, ਜਿਹੜੇ ਵਾਅਦੇ ਕੀਤੇ ਗਏ ਸੀ, ਦਾਅਵੇ ਕੀਤੇ ਗਏ ਸੀ, ਉਹਨਾਂ ਦੀ ਪੂਰਤੀ ਵੀ ਨਹੀਂ ਹੋਈ। ਇਸ ਕਰਕੇ ਜਵਾਬ ਦੇਤਾ ਕਾਂਗਰਸ ਨੂੰ ਵੀ ਹੋਣਾ ਪਏਗਾ ਲੋਕਾਂ ਦੇ ਅੱਗੇ। ਕੀ ਕਹੋਗੇ ਸੁਖਦੇਵ ਜੀ? ਦੇਖੋ ਗੱਲ ਇਹ ਹੈ, ਜਿਹੜੀ ਇਹ ਗੱਲ ਨੂੰ ਬੜੀ ਇੱਕ ਕਹਾਣੀ ਬਣਾ ਕੇ ਪੇਸ਼ ਕਰ ਰਹੇ ਨੇ ਧਾਰਨੀ ਸਾਹਿਬ ਵੀ, ਉਹ ਤੜਕਾ ਮੇਰੇ ਗਰਗ ਸਾਹਿਬ ਨੇ ਵੀ ਲਾਇਆ ਹੈ
ਉਹ ਜਿਹੜੀ ਮੈਂ ਬਾਹ ਮਰੋੜਨ ਦੀ ਗੱਲ ਉਸ ਟਾਈਮ ਦੇ ਉੱਤੇ ਉਹ ਹਾਲਾਤ ਸੀ, ਉਧਰੋਂ ਤਾਂ ਫਸਲ ਆ ਗਈ। ਇਹ ਕਹਿੰਦੇ ਵੀ ਅਸੀਂ CCL ਇਸ਼ੂ ਨਹੀਂ ਕਰਨੀ, ਅਸੀਂ ਕਿਸਾਨ ਨਹੀਂ ਸੀ ਮਾਰਨੇ, ਔਰ ਅਸੀਂ ਉਸ ਟਾਈਮ ਦੇ ਉੱਤੇ ਉਹ ਵੀ ਐਕਟ ਲਾਗੂ ਨਹੀਂ ਸੀ ਕੀਤਾ। ਇਹਨਾਂ ਨੇ ਇੱਕ ਐਕਟ ਤੁਹਾਨੂੰ ਅਡਾਪਟ ਕਰਨਾ ਪੈਣਾ ਹੈ। ਗੱਲ ਦਾ ਇਸ ਕਰਕੇ ਇਹ ਗੱਲ ਨਾ ਕਹਿਣ ਜਦੋਂ ਤੱਕ ਰਿਜ਼ਾਈਨ ਗੱਲ ਨਹੀਂ ਕਰਨਾ ਹੀ ਹੈ। ਰਿਜ਼ਾਈਨ ਤਾਂ ਇਹਨਾਂ ਨੇ ਕੀ ਦੇਣਾ ਹੈ, ਇਹ ਤਾਂ ਅਗਲੇ ਦਿਨ ਹੀ ਟੀਵੀ ਚੈਨਲਾਂ ਤੇ ਬੀਬਾ ਹਰਸਿਮਰਤ, ਪਾਰਟੀ ਦੀ ਤਾਂ ਕੋਰ ਕਮੇਟੀ ਬਾਅਦ ਚ ਬੈਠਦੀ ਹੈ, ਔਰ ਪਾਰਟੀ ਤੋਂ ਪਹਿਲਾਂ ਬੀਬਾ ਹਰਸਿਮਰਤ ਨੇ 2 ਟੀਵੀ ਚੈਨਲਾਂ ਤੇ ਬੈਠ ਕੇ ਕਲੈਰੀਫਿਕੇਸ਼ਨ ਵੀ ਦੇ ਦਿੱਤੀ ਸੀ ਕਿਸਾਨ ਵਿਰੋਧੀ ਹੈ ਨਹੀਂਗਾ। ਦੂਜੀ ਗੱਲ ਜਿਹੜੀ ਇੱਕ ਗੱਲ ਬੜੀ ਗੱਲ ਗਰਗ ਸਾਹਿਬ ਨੇ ਵੀ ਉਠਾਈ ਆ, ਬਿਲਕੁਲ ਠੀਕ ਹੈ। ਔਰ ਜਿਹੜਾ ਵਜ਼ੀਰ ਸਭ ਤੋਂ ਵੱਧ ਨੇੜੇ ਹੈ ਨਾਗਪੁਰ ਦੇ, ਕਿਉਂਕਿ ਜਿੱਥੋਂ ਨਾਗਪੁਰ ਤੋਂ ਕਿ ਇਸ ਸਰਕਾਰ ਦੀਆਂ ਪਾਲਿਸੀਆਂ ਤੁਰਦੀਆਂ ਨੇ, ਉਹ ਵਜ਼ੀਰ ਕਹਿ ਰਿਹਾ ਹੈ ਵੀ ਇਹ ਤਾਂ ਭਾਈ ਸਾਡੇ ਵਾਸਤੇ ਬੜਾ ਵੱਡਾ ਬੋਝ ਹੈ ਕਿਸਾਨ, ਕਿਉਂਕਿ ਇਹਨਾਂ ਦੀ MSP ਚ ਸਾਨੂੰ ਇਦੋਂ ਸਸਤੇ ਰੇਟਾਂ ਦੇ ਉੱਤੇ ਲੋਕ ਬਾਜ਼ਾਰ ਚ ਸਾਨੂੰ ਜਿਹੜਾ ਹੈ ਕਣਕ ਮਿਲਦੀ ਹੈ, ਝੋਨਾ ਮਿਲਦਾ ਹੈ। ਇਹ ਉਸ ਸਮਾਂ ਭੁੱਲ ਗਏ ਜਦੋਂ ਪੰਜਾਬ ਦੇ ਕਿਸਾਨ ਨੂੰ ਮਜਬੂਰ ਕੀਤਾ ਗਿਆ ਵੀ ਤੂੰ ਝੋਨਾ ਲਾ, ਕਿਉਂਕਿ ਪੰਜਾਬ ਸਾਰਾ ਦੇਸ਼ ਭੁੱਖਾ ਮਰਦਾ ਸੀ। ਉਸ ਟਾਈਮ ਦੇ ਉੱਤੇ ਪੰਜਾਬ ਦੇ ਕਿਸਾਨ ਨੇ ਆਪਦੀ ਜ਼ਮੀਨ ਦੀ ਗੁਣਵੱਤਾ ਵੀ ਗਵਾਈ ਔਰ ਇਹ ਦੇਸ਼ ਦਾ ਢਿੱਡ ਵੀ ਭਰਿਆ। ਪਰ ਇਹ ਤਾਂ ਇਹ ਹੋ ਗਿਆ ਕਿ ਜਦੋਂ ਤੁਹਾਨੂੰ ਮੌਕਾ ਸੀ ਕਰ ਲਿਆ, ਹੁਣ ਤੁਸੀਂ ਇਸ ਗੱਲਾਂ ਤੇ ਆ ਗਏ। ਔਰ ਧਾਰਨੀ ਸਾਹਿਬ ਪਤਾ ਨਹੀਂ ਕਿਹੜੀ ਦੁਨੀਆ 'ਚ ਜਿਉਂਦੇ ਆ, ਉਹਨਾਂ ਨੇ ਮੇਰੀ ਉਸ ਗੱਲ ਦਾ ਜਵਾਬ ਨਹੀਂ ਦਿੱਤਾ। ਜੋ ਹਾਲਾਤ ਸਾਡੇ ਨਾਲ ਟੈਕਸ ਹੈਵਨ ਸਾਡੇ ਗੁਆਂਢੀ ਸੂਬਿਆਂ ਨੂੰ ਬਣਾਉਣ 'ਚ ਵਾਜਪਾਈ ਨੇ ਕੀਤੇ ਸੀ, ਜਿਹਦੇ ਭਾਈਵਾਲ ਸਰਦਾਰ ਸੁਖਬੀਰ ਸਿੰਘ ਬਾਦਲ ਉਦੋਂ ਇੰਡਸਟਰੀ ਮਿਨਿਸਟਰ ਸੀਗੇ, ਉਹੀ ਕੁਝ ਹੁਣ ਹੋਣ ਜਾ ਰਿਹਾ ਹੈ। ਦੂਜੀ ਗੱਲ, ਸਾਡੀਆਂ ਤਾਂ ਮੰਗਾਂ ਸੀ ਸਾਡੇ, ਮੇਰੀ ਹੁਣ ਗੱਲ ਲੈਟ ਮੀ ਕੰਪਲੀਟ ਸਰ। ਮੈਂ ਕਹਿੰਦਾ ਕਾਂਗਰਸ ਪਾਰਟੀ ਗਲਤ, ਆਮ ਆਦਮੀ ਪਾਰਟੀ ਗਲਤ, ਸਮਾਜਵਾਦੀ ਪਾਰਟੀ ਗਲਤ, BSP ਗਲਤ, ਅਕਾਲੀ ਦਲ ਸਹੀ, BJP ਸਹੀ, ਠੀਕ ਹੈ, ਮੰਨ ਲੈਂਦੇ ਆ। ਪਰ ਜਿਹੜੇ ਐਕਸਪਰਟ ਨੇ, ਮੈਂ ਕੱਲ ਇੱਕ ਆਰਟੀਕਲ ਪੜ੍ਹ ਰਿਹਾ ਸੀ, ਡਾਕਟਰ ਸੁਖਪਾਲ ਸਿੰਘ ਨੇ, ਸਾਡੇ ਐਗਰੀਕਲਚਰ ਯੂਨੀਵਰਸਿਟੀ ਦੇ ਪ੍ਰੋਫੈਸਰ ਨੇ, ਪਰ ਮੇਰੇ ਖਿਆਲ ਦੇ ਵਿੱਚ ਉਹਨਾਂ ਨੇ ਜਿੰਨਾ ਕੁ ਐਗਰੀਕਲਚਰ ਤੇ ਕੰਮ ਕੀਤਾ ਹੈ ਸਾਰੇ ਜਾਣੂ ਨੇ, ਉਹ ਤੋਂ ਕੋਈ ਅਣਜਾਣ ਨਹੀਂ ਹੈਗੇ, ਨਾ ਹੀ ਧਾਰਨੀ ਸਾਹਿਬ ਅਣਜਾਣ ਹੋਣ। ਉਹਨਾਂ ਨੇ ਵੀ ਇਹ ਗੱਲਾਂ ਬੜੀਆਂ ਸਪਸ਼ਟ ਰੂਪ ਦੇ ਵਿੱਚ ਆਪਣੇ ਉਠਾਈਆਂ ਆਪਣੇ ਆਰਟੀਕਲ ਦੇ ਵਿੱਚ। ਇਸ ਕਰਕੇ ਅੱਜ ਕਿਸਾਨ ਯੂਨੀਅਨ ਦਾ ਵੀ ਉਹ ਹੈ। ਪਰ ਦੂਜੀ ਗੱਲ, ਮੈਂ ਇੱਕ ਗੱਲ ਦੀ ਉਦਾਹਰਨ ਦੇਣੀ ਚਾਹੂੰਗਾ, ਇਹ ਜਿਹੜੀ ਗੱਲ ਅੱਜ ਕਰ ਰਹੇ ਹੈ ਨਾ, ਸਾਰਿਆਂ ਨੂੰ ਅਲਾਓ ਕਰਤਾ, ਇਹ ਤਾਂ ਸਨ 76 ਤੋਂ ਅਲਾਓ ਹੈ। ਜਦੋਂ 74 ਦੇ ਵਿੱਚ ਇਹਨਾਂ ਦੇ ਭਾਈਵਾਲ ਵੀ ਰਹੇ, ਲੱਖੋਵਾਲ ਸਾਹਿਬ ਤੇ ਰਾਜੇਵਾਲ ਸਾਹਿਬ ਇਕੱਠੇ ਹੁੰਦੇ ਸੀ, ਭਾਰਤੀ ਕਿਸਾਨ ਯੂਨੀਅਨ ਦੀ ਲੀਡਰੀ ਕਰਦੇ, ਉਦੋਂ ਉਹਨਾਂ ਨੇ ਇੱਕ ਐਜੀਟੇਸ਼ਨ ਕੀਤੀ ਸੀ ਵੀ ਸਾਨੂੰ ਬਾਕੀ ਸੂਬਿਆਂ ਦੇ ਵਿੱਚ ਕਣਕ ਵੇਚਣ ਦੀ ਇਜਾਜ਼ਤ ਦਿੱਤੀ ਜਾਵੇ। ਉਹ ਇੱਥੋਂ ਕਣਕ ਇੱਥੋਂ ਲਿਆਂਦੇ ਸੀ 40-50 ਕਿਲੋ, ਜਾ ਕੇ ਹਿਮਾਚਲ 'ਚ ਗ੍ਰਿਫਤਾਰੀ ਦਿੰਦੇ ਸੀ। ਉਸ ਤੋਂ ਬਾਅਦ ਤਾਂ ਹਾਈ ਕੋਰਟ ਨੇ ਫੈਸਲਾ ਕਰਤਾ ਸੀ। ਇਸ ਕਰਕੇ ਇਹ ਗੱਲਾਂ ਦੇ ਨਾਲ ਭਰਮ ਭੁਲੇਖੇ ਪਾ ਕੇ ਇਹ ਅਸਲੀ ਗੱਲਾਂ ਜਿਹੜੀਆਂ ਨੇ ਉਹਨਾਂ ਨੂੰ ਛੁਪਾ ਰਹੇ ਆ। ਮਿਹਰਬਾਨੀ। ਇੰਨੀ ਜਲਦੀ ਲਿਆਉਣ ਦੀ ਜਿਹੜਾ ਕਾਰਨ ਹੈ ਉਹ ਵੀ ਇਹਨਾਂ ਨੇ ਉਸ ਤੋਂ ਇਹ ਲੋਕਾਂ ਮੂਹਰੇ ਗੱਲ ਅਸਲੀ ਰੱਖ ਨਹੀਂ ਰਹੇ, ਅਸਲੀ ਗੱਲਾਂ ਹੋ ਨੇ। ਔਰ ਸ਼ਾਂਤਾ ਕੁਮਾਰ ਦੀ ਜਿਹੜੀ ਕਮੇਟੀ ਇਹਨੇ ਪਿਛਲੀ ਸਰਕਾਰ 'ਚ ਬਣਾਈ ਸੀ, ਉਹ ਕੋਈ ਇਹਨਾਂ ਨੇ ਕਦੇ ਰੱਦ ਨਹੀਂ ਕੀਤੀ ਵੀ ਸ਼ਾਂਤਾ ਕੁਮਾਰ ਦੀ ਅਸੀਂ ਕਮੇਟੀ ਦੀਆਂ ਜੋ ਸਿਫਾਰਸ਼ਾਂ ਜਿਹਦੇ ਵਿੱਚ FCI ਨੂੰ ਖਤਮ ਕਰਨਾ, MSP ਤੇ ਖਰੀਦ ਕਰਨਾ ਖਤਮ ਕਰਨਾ, ਉਹ ਸੀਗਾ। ਔਰ ਤੀਜੀ ਗੱਲ ਜਿਹੜੀ ਇਹ ਤੋਮਰ ਸਾਹਿਬ ਦੀ ਗੱਲ ਕਰਦੇ ਨੇ ਨਾ, ਤੋਮਰ ਸਾਹਿਬ ਨਹੀਂ ਤੋਮਰ ਸਾਹਿਬ ਦੀ ਗੱਲ ਦੀ ਵੀ ਮੈਂ ਪੂਰਾ ਜਵਾਬ ਦੇ ਦਿੰਦਾ ਇਹਨਾਂ ਦਾ। ਤੋਮਰ ਸਾਹਿਬ ਦੀ ਗੱਲ, ਤੋਮਰ ਸਾਹਿਬ ਇਹ ਕਹਿ ਕੇ ਕਹਿੰਦੇ ਸੀ MSP ਨਹੀਂ ਖਤਮ ਕਰ ਰਹੇ, ਉਹਨਾਂ ਨੇ ਇਹ ਕਦੇ ਨਹੀਂ ਕਿਹਾ ਵੀ MSP ਤੇ ਖਰੀਦਾਂਗੇ ਅਸੀਂ। ਓਕੇ, ਥੈਂਕ ਯੂ ਵੈਰੀ ਮਚ। ਮੇਰੀ ਮਜਬੂਰੀ ਹੈ ਬ੍ਰੇਕ ਦੀ ਸਕਰੀਨ ਜੀ, ਆਪਾਂ ਫੇਰ ਆਨੇ ਇਸ ਮੁੱਦੇ ਤੇ ਲੈਣੇ ਇੱਕ ਛੋਟੀ ਜੀ ਬ੍ਰੇਕ ਤੋਂ ਬਾਅਦ ਨਵੇਂ ਮੁੱਦਿਆਂ ਤੇ ਆ ਰਹੇ ਹਾਂ ਵਾਪਸ। ਨਜ਼ਰੀਏ ਦੀ ਡਿਬੇਟ ਦਰਸ਼ਕਾਂ ਦਾ ਸਵਾਗਤ। ਕੇਂਦਰ ਦੀ ਮੋਦੀ ਸਰਕਾਰ ਵੱਲੋਂ ਖੇਤੀ ਨਾਲ ਸੰਬੰਧਿਤ ਮਾਮਲਿਆਂ ਨੂੰ ਲੈ ਕੇ ਜਿਹੜੇ 3 ਆਰਡੀਨੈਂਸ ਹੋ ਰਹੇ ਹੈ, ਉਹਨਾਂ ਤੇ ਬੜੀ ਭਖਵੀਂ ਬਹਿਸ ਚਰਚਾ ਹੋ ਰਹੀ ਹੈ। ਵੱਖ-ਵੱਖ ਪਾਰਟੀਆਂ ਇਹਨਾਂ ਮੁੱਦਿਆਂ ਤੇ, ਜਿਨ੍ਹਾਂ 'ਚ ਬਹੁਤ ਸਾਰੀਆਂ ਪੰਜਾਬ ਦੀਆਂ ਪਾਰਟੀਆਂ, ਕਿਸਾਨ ਜਥੇਬੰਦੀਆਂ ਇਸ ਨੂੰ ਕਿਸਾਨ ਵਿਰੋਧੀ ਆਖ ਰਹੀਆਂ। ਅਕਾਲੀ ਦਲ, ਭਾਰਤੀ ਜਨਤਾ ਪਾਰਟੀ, ਉਹਨਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਕੈਪਟਨ ਅਮਰਿੰਦਰ ਤੇ ਉਹਨਾਂ ਦੀ ਧਿਰ ਜਿਹੜੀ ਹੈਗੀ ਹੈ ਕਰ ਰਹੀ ਹੈ ਰਾਜਨੀਤੀ। ਇਹਨਾਂ ਹੀ ਮੁੱਦਿਆਂ ਤੇ ਕਰ ਰਹੇ ਆਪਾਂ ਚਰਚਾ। ਸੁਖਦੇਵ ਜੀ, ਜਿਸ ਮਾਮਲੇ ਤੇ ਤੁਸੀਂ ਗੱਲ ਕਰ ਰਹੇ ਸੀ, ਤੁਸੀਂ ਆਪਣੀ ਗੱਲ ਮੁਕੰਮਲ ਕਰ ਰਹੇ ਸੀਗੇ, ਉਹਦੇ ਨਾਲ ਇੱਕ ਸਵਾਲ ਇਹ ਵੀ ਧਾਰਨੀ ਜੀ ਨੇ ਕਿਹਾ ਸੀਗਾ ਕਿ ਤੁਸੀਂ ਪੋਲੀਟੀਕਲ ਤੌਰ ਤੇ ਬਾਰ-ਬਾਰ ਇਹ ਆਖਦੇ ਹੋ ਕਿ ਬੀਬਾ ਹਰਸਿਮਰਤ ਨੂੰ ਅਸਤੀਫਾ ਦੇਣਾ ਚਾਹੀਦਾ ਹੈ, ਜੇ ਇਹਨਾਂ ਗੱਲਾਂ ਦੇ ਨਾਲ ਸਹਿਮਤ ਨਹੀਂ ਹੈ। ਉਹਨਾਂ ਦਾ ਕਹਿਣਾ ਕਿ ਅਸਤੀਫੇ ਦੀ ਮੰਗ ਤੁਹਾਡੀ ਮਹਿਜ ਇੱਕ ਰਾਜਸੀ ਮੰਗ ਹੈ, ਇਹਨਾਂ ਜਿਹੜਾ ਗਾ ਕਿਸਾਨੀ ਮੁੱਦਿਆਂ ਨਾਲ ਕੋਈ ਸੰਬੰਧ ਨਹੀਂ ਹੈ। ਮੈਂ ਸਰਦਾਰ ਜਗਤਾਰ ਸਿੰਘ ਜੀ ਸਿੱਧੂ ਸਾਹਿਬ ਇਸ ਚੈਨਲ ਤੋਂ ਇੱਕ ਗੱਲ ਤੁਹਾਨੂੰ ਬੜੀ ਕਲੈਰਿਟੀ ਨਾਲ ਕਹਿ ਰਿਹਾ, ਜਦੋਂ ਕਿਸਾਨਾਂ ਦੇ ਮਾਮਲੇ ਦੀ ਗੱਲ ਆਈ ਹੈ, ਜਦੋਂ ਸੂਬੇ ਦੀ ਗੱਲ ਆਈ ਹੈ, ਕੈਪਟਨ ਅਮਰਿੰਦਰ ਸਿੰਘ ਅਸਤੀਫਾ ਦੇਣ ਤੋਂ ਪਿੱਛੇ ਨਹੀਂ ਹਟਿਆ। ਔਰ ਜੇ ਲੋੜ ਪਈ ਲੜਾਈ ਵੀ ਲੜਾਂਗੇ, ਅਸਤੀਫੇ ਦੇਣ ਦੀ ਗੱਲ ਹੈ, ਅਸਤੀਫੇ ਵੀ ਦੇਵਾਂਗੇ, ਅਸੀਂ ਭੱਜਦੇ ਨਹੀਂ। ਪਰ ਅਕਾਲੀ ਦਲ ਆਪਣੇ ਇਤਿਹਾਸ 'ਚ ਇੱਕ ਵਾਰ ਦੱਸਦੇ ਵੀ ਇਹਨਾਂ ਨੇ ਕਦੇ ਅਸਤੀਫੇ ਦਿੱਤੇ ਹੋਣ। ਇਹ ਤਾਂ ਸਿਰਫ ਇੱਥੇ ਇਹਨਾਂ ਨੇ ਜੋ BJP ਦੀ ਲਾਈਨ ਹੈ, ਇੱਕ ਕੋਰ ਕਮੇਟੀ ਇਹਨਾਂ ਦੀ ਬਾਅਦ 'ਚ ਡਿਸਕਸ ਕਰਦੀ ਹੈ, ਔਰ ਇਹਨਾਂ ਦੀ ਬੀਬਾ ਹਰਸਿਮਰਤ ਪਹਿਲੇ ਉਹਨੇ
ਕਿਸ਼ਨ ਕੋਰ ਕਮੇਟੀ ਔਰ ਚੰਦੂ ਮਾਜਰਾ ਸਾਹਿਬ ਕੁਝ ਕਹਿੰਦੇ ਨੇ, ਔਰ ਚੰਦੂ ਮਾਜਰਾ ਸਾਹਿਬ ਨੇ ਵੀ ਵਿਚਾਰਿਆਂ ਨੇ ਉਹਨਾਂ ਦੇ ਉੱਤੇ ਖਦਸ਼ੇ ਪ੍ਰਗਟ ਕੀਤੇ ਹੈ ਬਕਾਇਦਾ ਤੌਰ ਤੇ ਪ੍ਰੈਸ ਕਾਨਫਰੰਸ ਕਰਕੇ। ਠੀਕ ਹੈ, ਵੀ ਬਾਅਦ ਚੋਂ ਵਿਚਾਰੇ ਚੁੱਪ ਕਰਾਤੇ, ਉਹ ਗੱਲ ਵੱਖਰੀ ਹੈ। ਓਕੇ, ਤਾਨੀ ਸਾਹਿਬ ਤੁਸੀਂ ਕਮੈਂਟ ਸੁਣਿਆ ਸੁਖਦੇਵ ਜੀ ਦੇ। ਇਹਨਾਂ ਦਾ ਕਹਿਣਾ ਜੇ ਲੋੜ ਪਏਗੀ ਤਾਂ ਜਿਹੜਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਕਿਸਾਨੀ ਹਿੱਤਾਂ ਦੀ ਖਾਤਰ ਅਸਤੀਫਾ ਦੇਣ ਲਈ ਵੀ ਤਿਆਰ ਹੈ, ਪਰ ਕੇਂਦਰ ਦੇ ਵਿੱਚ ਬੀਬਾ ਹਰਸਿਮਰਤ ਬੈਠੇ ਜਿਨ੍ਹਾਂ ਨੇ ਆਰਡੀਨੈਂਸ ਲਿਆਂਦਾ, ਇਹਨਾਂ ਦਾ ਕਹਿਣਾ ਕਿ ਕਿਸਾਨ ਵਿਰੋਧੀ ਆਰਡੀਨੈਂਸ ਹੈ। ਅਕਾਲੀ ਦਲ ਜਿਹੜਾ ਹੈਗਾ ਇਸ ਰਾਹ ਦੇ ਉੱਤੇ ਚੱਲੇਗਾ, ਕੋਈ ਕਰੇਗਾ ਮਿਸਾਲ ਕਾਇਮ, ਜਾਂ ਤਾਨੀ ਜੀ ਕਿਵੇਂ ਦੇਖਦੇ ਹੋ ਜੋ ਸੁਖਦੇਵ ਜੀ ਨੇ ਕਿਹਾ? ਮੇਰੀ ਬੇਨਤੀ ਸੁਣ ਲਿਓ ਜੀ, ਸੁਖਦੇਵ ਸਿੰਘ ਉਹਨਾਂ ਨੂੰ ਬਹੁਤ ਟਾਈਮ ਦੇਤਾ, ਤੁਸੀਂ ਤਕਰੀਬਨ ਇੱਕ ਸੈਗਮੈਂਟ ਖਾ ਲਿਆ ਇਹਨਾਂ ਨੇ। ਇੱਕ ਪੰਜਾਬ ਦੀ ਇੱਕ ਪਾਰਟੀ ਹੈਗੀ ਆ ਜਿਨ੍ਹਾਂ ਦੇ ਹੈੱਡ ਜਿਹੜੇ ਹੈਗੇ ਆ ਉਹ ਘੱਟੋ ਘੱਟ UNO ਦੀ ਗੱਲ ਕਰਦੇ ਆ, ਉਹ ਤੋਂ ਥੱਲੇ ਨਹੀਂ ਚੱਲਦੇ। ਇਹ ਸੁਖਦੇਵ ਸਿੰਘ ਜੀ ਉਹਨੇ ਵੀ ਘੱਟੋ ਘੱਟ ਨਾਗਪੁਰ ਤੇ ਸ਼ੁਰੂ ਕਰਦੇ ਹੈਗੇ ਆ। ਮੈਂ ਇਹਨਾਂ ਨੂੰ ਇੱਕ ਗੱਲ ਦੱਸਣੀ ਚਾਹੁੰਦਾ, ਮੈਨੂੰ ਸੁਖਦੇਵ ਸਿੰਘ ਜੀ ਇਹ ਦੱਸ ਦੇਣ ਕਿ ਜਿਹੜਾ ਐਕਟ ਇਹਨਾਂ ਨੇ 14 ਅਗਸਤ 2017 ਨੂੰ ਪਾਸ ਕੀਤਾ ਸੀ, ਠੀਕ ਹੈ, APMC ਐਕਟ ਜਿਹੜਾ ਹੈਗਾ, ਉਹਦੇ ਵਿੱਚ ਕੀ ਕੁਛ ਕੀਤਾ ਸੀ ਇਹਨਾਂ ਨੇ। ਉਹਦੇ ਲਈ ਜੇ ਇਹ ਕਹਿਣ ਤਾਂ ਮੈਂ ਇਹਨਾਂ ਨੂੰ ਦੱਸਦਾ, ਉਹਦੇ ਵਿੱਚ ਇਹਨਾਂ ਨੇ ਪਹਿਲੇ ਨੰਬਰ ਤੇ ਇਹ ਆਰਡੀਨੈਂਸ ਲਿਆਂਦਾ ਕਿ ਪ੍ਰਾਈਵੇਟ ਮੰਡੀਕਰਨ, ਮੰਡੀਆਂ ਜੀ ਜਿਹੜੀ ਹੈਗੀ ਸਿਰ ਜਾਵੇ। ਦੂਜਾ ਸੀ ਸਿੱਧਾ ਮੰਡੀਕਰਨ, ਤੀਜਾ ਸੀ ਇਲੈਕਟ੍ਰੋਨਿਕ ਮੰਡੀਕਰਨ, ਤੇ ਚੌਥਾ ਸੀ ਯੂਨੀਫਾਈਡ ਲਾਇਸੈਂਸਿੰਗ। ਇਹ ਮੈਨੂੰ ਇਹ ਦੱਸ ਦੇਣ, ਇਹ ਸਾਰੇ ਆਰਡੀਨੈਂਸ ਇਹਨਾਂ ਨੇ ਪਾਸ ਕੀਤੇ ਹੋਏ ਹੈਗੇ ਆ। ਅੱਜ ਅਸਤੀਫਾ ਦੇਣ ਦੀ, ਅੱਜ ਅਸਤੀਫਾ ਤਾਂ ਜਦੋਂ ਦੇਣਗੇ ਗੱਲਾਂ ਖਾਣ ਦੀਆਂ ਹੋਰ, ਦਿਖਾਉਣ ਦੀਆਂ ਹੋਰ। ਮੈਨੂੰ ਇਹ ਦੱਸ ਦੇਣ ਜਦੋਂ ਇਹਨਾਂ ਦੀ ਬਾਂਹ ਮਰੋੜੀ ਸੀ ਇਹਨਾਂ ਨੇ ਪਾਸ ਕਰਤੇ। ਪਾਸ ਕਰਨ ਵੇਲੇ, ਪਾਸ ਕਰਨ ਤੋਂ ਪਹਿਲਾਂ ਇਹ ਜਿਹੜੇ ਹੈਗੇ ਆ ਕਿੱਥੇ ਸੌਂ ਗਏ ਸੀ? ਸਾਰਾ ਕੁਝ ਤਾਂ ਪਾਸ ਕਰੀ ਬੈਠੇ ਆ। ਇਹ ਹੁਣ ਡਰਾਮਾ ਕਰ ਰਹੇ ਹੈਗੇ ਆ ਕਿ 19 ਤਰੀਕ ਨੂੰ ਫਤਿਹਗੜ੍ਹ ਸਾਹਿਬ ਤੋਂ ਜਿਹੜਾ ਹੈਗਾ ਇਹਨਾਂ ਨੇ ਅੰਦੋਲਨ ਕਰਨਾ ਸ਼ੁਰੂ ਕਰਨਾ। ਇਹਨਾਂ ਦੇ ਅੰਦੋਲਨ ਕਰੇ ਤੋਂ। ਔਰ ਦੂਜੀ ਗੱਲ, ਇੱਕ ਮੈਂ ਆਪਣਾ ਨੀਲ ਗਰਗ ਜੀ ਦੀ ਗੱਲ ਦਾ ਜਵਾਬ ਦਿੰਦਾ। ਨੀਲ ਗਰਗ ਜੀ ਜਿੰਨੇ ਐਕਸਪਰਟਸ ਦੀਆਂ ਵੀ ਅਖਬਾਰਾਂ ਦੇ ਵਿੱਚ ਅੱਜ ਤੱਕ ਆਉਂਦੀਆਂ ਰਹੀਆਂ ਹੈਗੀਆਂ, ਸਾਰੀਆਂ ਮੈਂ ਵੀ ਪੜ੍ਹੀਆਂ ਹੈਗੀਆਂ। ਮੈਂ ਇੱਕ ਗੱਲ ਤੁਹਾਨੂੰ ਕਲੀਅਰ ਕਰ ਦੇਣੀ ਚਾਹੁੰਦਾ ਕਿ ਜਿੰਨੀਆਂ ਹੁਣ ਤੱਕ ਐਕਸਪਰਟਸ ਦੀਆਂ ਰਿਪੋਰਟ ਆਈਆਂ, ਖਦਸ਼ੇ ਹੈ ਕਿ ਆਉਣ ਵਾਲੇ ਖਦਸ਼ੇ ਆ ਹੋ ਸਕਦੇ ਆ, ਆਉਣ ਵਾਲੇ ਖਦਸ਼ੇ ਆ ਹੋ ਸਕਦੇ ਆ, ਕਿਸਾਨ ਤੇ ਆ ਮਾਰ ਪੈ ਸਕਦੀ ਆ, ਕਿਸਾਨ ਤੇ ਆ ਮਾਰ ਪੈ ਸਕਦੀ ਹੈ। ਇਹ ਨਹੀਂ ਕਿਸੇ ਨੇ ਵੀ ਕਿਹਾ ਕਿ ਪੈ ਗਈ ਨਹੀਂ ਕਿਹਾ। ਹਾਂ, ਅੱਜ ਵੀ ਅਸੀਂ ਇਹ ਖੜੇ ਹੈਗੇ, ਮੈਂ ਤੁਹਾਡੇ ਚੈਨਲ ਤੇ ਸਿੱਧੂ ਸਾਹਿਬ ਇਹ ਗੱਲ ਕਹਿ ਰਿਹਾ ਹੈਗਾ, ਜਿਸ ਤਰ੍ਹਾਂ ਇਹਨਾਂ ਨੇ ਮਾਰਤੀ ਨਾ ਬੜਕ ਨਹੀਂ ਮਾਰਦੀ। 19 ਤਰੀਕ ਦਾ ਅੰਦੋਲਨ ਕਰਨ ਮੁਲਤਵੀ, ਇਹ ਰਿਜ਼ਾਈਨ ਕਰਨ ਇਹਨਾਂ ਦੀ ਸਰਕਾਰ ਸਾਰੀ ਹੈਗੀ ਆ ਵੀ ਅਸੀਂ ਸਰਕਾਰ ਤੋੜ, ਅਸੀਂ ਇਹ ਆਰਡੀਨੈਂਸ ਜਿਹੜਾ ਸਭ ਤੋਂ ਬਾਹਰ ਮਰੋੜ ਕੇ ਕਰਵਾਇਆ ਸੀ ਉਹ ਵੀ ਗਲਤ ਕਰਵਾਇਆ ਸੀ। ਅੱਗੇ ਨੂੰ ਅਸੀਂ ਕਿਸਾਨਾਂ ਦੇ ਹੱਕ ਦੇ ਵਿੱਚ ਖੜੇ ਆ। ਸਵਾਤਤਾ। ਦੂਜੀ ਗੱਲ, ਜਿੰਨੇ ਵੀ ਆਰਡੀਨੈਂਸ, ਜਿੰਨੇ ਵੀ ਜਿਹੜੀ ਹੈਗੇ ਆ ਖਦਸ਼ੇ ਪੈਦਾ ਕਰਨ ਵਾਲੇ ਹੈਗੇ ਆ, ਉਹ ਖਦਸ਼ਿਆਂ ਨੂੰ ਕਲੀਅਰ ਕਰਨ ਵਾਸਤੇ ਸੈਂਟਰ ਦੀ ਜਿਹੜੀ ਸਰਕਾਰ ਹੈਗੀ ਆ, ਚਾਹੇ ਬੀਬਾ ਹਰਸਿਮਰਤ ਕੌਰ ਬਾਦਲ ਹੈਗੇ ਆ, ਉਹ ਸੈਂਟਰ ਸਰਕਾਰ ਦੇ ਵਿੱਚ ਬੈਠੇ ਹੈਗੇ ਆ, ਉਹਨਾਂ ਨੇ ਦੂਰ ਕਰਨ ਦੀ ਕੋਸ਼ਿਸ਼ ਕੀਤੀ ਹੈ। ਔਰ ਮੈਂ ਇੱਕ ਅੱਜ ਚੈਨਲ ਤੋਂ ਇਹ ਗੱਲ ਕਹਿ ਰਿਹਾ ਹੈਗਾ, ਜੇ ਕਿਸਾਨਾਂ ਰਹੂਗਾ ਤਾਂ ਸਭ ਤੋਂ ਪਹਿਲਾਂ ਇਹਨਾਂ ਨੇ ਕੁਝ ਨਹੀਂ ਕਰਨਾ ਹੈਗਾ। ਕਾਂਗਰਸ ਵਾਲਿਆਂ ਨੇ, ਸਾਡੀ ਪਾਰਟੀ ਹੋਊਗੀ ਜਿਹੜੀ ਸ਼੍ਰੋਮਣੀ ਅਕਾਲੀ ਦਲ ਕਿਸਾਨਾਂ ਦੇ ਮੂਹਰੇ ਆ ਕੇ ਖੜ ਕੇ ਜਿਹੜੀ ਹੈਗੀ ਆ ਗ੍ਰਿਫਤਾਰੀਆਂ ਵੀ ਦਊਗੀ, ਅੰਦੋਲਨ ਵੀ ਚਲਾਊਗੀ। ਪਾਰਟੀ ਦਾ ਤਾਨੀ ਸਾਹਿਬ ਇੱਕ ਸਵਾਲ। ਹਾਂਜੀ ਜੀ ਤਾਨੀ ਸਾਹਿਬ ਇੱਕ ਸਵਾਲ ਜਿਹੜਾ ਹੈਗਾ, ਇਹਦੀ ਲਕੀਰ ਕਿੱਥੇ ਖਿੱਚੀ ਜਾਵੇ ਕਿ ਕਿਸਾਨਾਂ ਦਾ ਵਿਰੋਧ ਜਾਂ ਕਿਸਾਨਾਂ ਦਾ ਨੁਕਸਾਨ ਕਿੱਥੋਂ ਸ਼ੁਰੂ ਹੋਏਗਾ? ਇਹਦੇ ਬਾਰੇ ਵੀ ਮਤਭੇਦ ਹੈ ਨਾ। ਬਹੁਤ ਸਾਰੇ ਮਾਹਰ ਤਾਂ ਇਹ ਕਹਿ ਰਹੇ ਹੈ ਕਿ ਨੁਕਸਾਨ ਤਾਂ ਸ਼ੁਰੂ ਹੋ ਗਿਆ। ਸੁਖਦੇਵ ਦੀ ਪਾਰਟੀ ਜਿਹੜੀ ਕਾਂਗਰਸ ਪਾਰਟੀ ਹੈ ਉਹ ਵੀ ਕਹਿ ਰਹੀ ਹੈ ਕਿ ਜਿਹੜਾ ਨੁਕਸਾਨ ਸ਼ੁਰੂ ਹੋ ਗਿਆ। ਆਪ ਵੀ ਕਹਿ ਰਹੀ ਹੈ ਨੁਕਸਾਨ। ਹੁਣ ਇਹਦੀ ਲਕੀਰ ਕਿੱਥੇ ਖਿੱਚੀ ਜਾਵੇ ਕਿ ਇੱਥੇ ਆ ਕੇ ਨੁਕਸਾਨ ਸ਼ੁਰੂ ਹੁੰਦਾ ਹੈ? ਉਹ ਕਹਿੰਦੇ ਕਿ ਜਿੱਥੋਂ ਤੱਕ ਮੰਡੀਆਂ ਦਾ ਸਵਾਲ ਹੈ, ਪੰਜਾਬ ਨੇ ਐਡਾ ਵੱਡਾ ਢਾਂਚਾ ਸਾਰਿਆਂ ਮੰਡੀਆਂ ਦਾ। ਹੁਣ ਇਹ ਕਿਹਾ ਜਾ ਰਿਹਾ ਕਿ ਮੰਡੀ ਦੇ ਅੰਦਰ ਜਿਹੜੀ ਫਸਲ ਵਿਕੇਗੀ ਉਹਦੇ ਤੇ ਤਾਂ ਠੀਕ ਹੈ, ਟੈਕਸ ਤੇ ਮੰਡੀ ਬੋਰਡ ਦਾ ਸਾਰਾ ਕੁਝ ਲੱਗੇਗਾ, ਪਰ ਜੇ ਮੰਡੀ ਤੋਂ ਬਾਹਰ 10 ਕਦਮਾਂ ਤੇ ਜਾ ਕੇ ਕੋਈ ਵਪਾਰੀ ਫਸਲ ਖਰੀਦੇਗਾ ਤਾਂ ਉਹਦੇ ਲਈ ਜ਼ਰੂਰੀ ਨਹੀਂ ਹੈ ਕਿ ਉਹ ਜਿਹੜੇ ਹੈਗੇ ਟੈਕਸ ਜਿਹੜਾ ਹੈਗਾ ਮੰਡੀ ਬੋਰਡ ਨੂੰ ਦੇਵੇ। ਕਰੋੜਾਂ ਰੁਪਏ ਦਾ ਜਿਹੜਾ ਢਾਂਚਾ ਖੜਾ ਕਰਕੇ ਆਪਾਂ ਮੰਡੀ ਬੋਰਡ ਸਾਰਿਆ, ਸੜਕਾਂ ਬਣਾਈਆਂ, ਮੰਡੀਕਰਨ ਦਾ ਢਾਂਚਾ ਸਾਰਿਆ, ਕੀ ਹੁਣ ਸਾਰਾ ਪ੍ਰਾਈਵੇਟੇਸ਼ਨ ਪ੍ਰਾਈਵੇਟ ਹੱਥਾਂ 'ਚ ਦੇ ਦਿਆਂਗੇ? ਇਹ ਗੱਲ ਤਾਂ ਜੀ ਇਸ ਕਰਕੇ ਸਵਾਲ ਉੱਠ ਰਿਹਾ। ਮੈਂ ਦੱਸਦਾ ਜੀ,
ਕਿ ਪਿਛਲੇ ਟਾਈਮ ਦੇ ਵਿੱਚ ਵੀ ਜਿੰਨੀਆਂ ਤਬਦੀਲੀਆਂ ਆਈਆਂ, ਚਾਹੇ ਆ ਬਿਜਲੀ ਦੇ ਜਿਹੜੇ ਹੈਗੇ ਥਰਮਲ ਪਲਾਂਟ ਲਾਉਣ ਦੀ ਗੱਲ ਸੀ, ਅੱਜ ਤੁਸੀਂ ਵੀ ਬੈਠੇ ਆ ਲਾਈਟ ਦੇ ਵਿੱਚ, ਮੈਂ ਵੀ ਲਾਈਟ ਦੇ ਵਿੱਚ ਬੈਠਾ ਏਸੀ ਚਲਾ ਕੇ। ਠੀਕ ਹੈ, ਤਕਲੀਫ ਜ਼ਰੂਰ ਹੈਗੀ ਆ ਲੋਕਾਂ ਨੂੰ ਕਿ ਉਹ ਮਹਿੰਗੀ ਪੈ ਰਹੀ ਹੈ ਜਾਂ ਸਸਤੀ ਪੈ ਰਹੀ ਹੈ, ਇਹਦੇ ਤੇ ਕੁਐਸਚਨ ਉੱਠ ਰਹੇ ਹੈਗੇ ਆ। ਪਰ ਨਾਲ ਦੀ ਨਾਲ ਮੈਂ ਇਹ ਗੱਲ ਕਰਾਂ ਕਿ ਜਦੋਂ ਕੋਈ ਵੀ ਸੋਧ ਹੋਣੀ ਹੈ ਜਾਂ ਤਬਦੀਲੀ ਹੋਣੀ ਹੈ ਤਾਂ ਇੱਕ ਹਿੱਲ ਜੁਲਣੀ ਹੀ ਹੋਣੀ ਹੈ। ਜਦੋਂ ਇਹ ਸਾਰਾ ਕੁਝ ਕਲੀਅਰ ਹੋ ਜਾਣਾ ਲੋਕਾਂ ਦੇ, ਆਮ ਪਬਲਿਕ ਦੇ ਲੋਕਾਂ ਦੇ ਸਾਹਮਣੇ ਇਹ ਹੋ ਜਾਣੀਆਂ ਚੀਜ਼ਾਂ, ਇਹ ਸਾਰੀਆਂ ਜਿਹੜੀਆਂ ਹੈਗਾ ਆਪਣੇ ਆਪ ਵਧੀਆ ਲੱਗਣੀਆਂ ਸ਼ੁਰੂ ਕਰਦੇ ਆ। ਇਹ ਕਾਂਗਰਸ ਪਾਰਟੀ ਔਰ ਆਮ ਆਦਮੀ ਪਾਰਟੀ ਇਹਨਾਂ ਚੀਜ਼ਾਂ ਦੇ ਉੱਤੇ ਸਾਰੀ ਸਿਆਸਤ ਕਰ ਰਹੀ ਹੈ। ਇਹਨਾਂ ਨੂੰ ਕੋਈ ਕਿਸਾਨਾਂ ਦਾ ਦਰਦ ਨਹੀਂ। ਅੱਜ ਤੱਕ ਦੱਸ ਦਿਓ ਕਿ ਕਿਸਾਨਾਂ ਦਾ ਦਰਦ ਜਿਹੜਾ ਆਮ ਆਦਮੀ ਨੇ ਜਾਂ ਜਿਹੜਾ ਹੈਗਾ ਕਾਂਗਰਸ ਪਾਰਟੀ ਨੇ ਕਦੇ ਆਪਣਾ ਨਿਭਾਇਆ ਹੋਵੇ। ਚਲੋ ਤੁਹਾਡੀ ਗੱਲ ਆ ਗਈ ਜਿਹੜੀ ਹੈਗੀ ਹੈ। ਜਿਸ ਮਾਮਲੇ ਤੇ ਆਪਾਂ ਗੱਲ ਕਰ ਰਹੇ ਹਾਂ, ਨੀਲ ਗਰਗ ਜੀ ਇਹਨਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਤੇ ਕਾਂਗਰਸ ਦੋਨੇ ਸਿਆਸਤਾਂ ਕਰ ਰਹੇ ਆ, ਪਰ ਸੁਖਦੇਵ ਜੀ ਨੇ ਵੀ ਕਿਹਾ ਕਿ ਕੈਪਟਨ ਅਮਰਿੰਦਰ ਕਿਸਾਨੀ ਮੁੱਦਿਆਂ ਤੇ ਅਸਤੀਫਾ ਦੇਣ ਨੂੰ ਤਿਆਰ ਹੈ। ਜਿੱਥੋਂ ਤੱਕ ਸਵਾਲ ਆ ਅਕਾਲੀ ਦਲ ਦਾ, ਉਹ ਕਹਿੰਦੇ ਜੇ MSP ਦੀ ਗੱਲ ਆਏਗੀ ਤਾਂ ਅਸੀਂ ਸਭ ਤੋਂ ਪਹਿਲਾਂ ਕਿਸਾਨੀ ਹਿੱਤਾਂ ਦੇ ਲਈ ਹੁਣੇ ਫੈਸਲਾ ਕੌਣ ਕਰੇਗਾ ਕਿ ਕਿਸਾਨੀ ਹਿੱਤ ਕਿੱਥੋਂ ਉਹਨਾਂ ਨੂੰ ਖਦਸ਼ਾ ਸ਼ੁਰੂ ਹੋਏਗਾ, ਆਮ ਆਦਮੀ ਪਾਰਟੀ ਕਿੱਥੇ ਜਾ ਕੇ ਖੜੇਗੀ ਇਹਨਾਂ ਮੁੱਦਿਆਂ ਤੇ। ਸਿੱਧੂ ਸਾਹਿਬ 2 ਮਿੰਟ ਜੀ ਗਰਗ ਸਾਹਿਬ, ਕਿਉਂਕਿ ਗੱਲ ਮੁੱਦਾ ਬਹੁਤ ਸੀਰੀਅਸ ਹੈਗਾ ਤੇ ਸੀਰੀਅਸ ਮੁੱਦੇ ਦੇ ਉੱਤੇ ਸੀਰੀਅਸ ਡਿਬੇਟ ਹੋਣੀ ਚਾਹੀਦੀ ਹੈਗੀ ਹੈ। ਮੇਰਾ ਇੱਕ ਪਹਿਲਾ ਤੇ ਕੁਐਸਚਨ ਹੈਗਾ ਮੇਰੇ ਦੋਨੇ ਦੋਸਤਾਂ ਨੂੰ, ਕੀ ਜਿਹੜੇ ਮੋਦੀ ਸਾਹਿਬ ਨੇ, ਬਾਦਲ ਸਾਹਿਬ ਨੇ ਜਾਂ ਬੀਬਾ ਹਰਸਿਮਰਤ ਬਾਦਲ ਨੇ, ਉਹਨਾਂ ਨੂੰ ਖੇਤੀਬਾੜੀ ਦੇ ਐਕਸਪਰਟ ਤੋਂ ਜ਼ਿਆਦਾ ਜਾਣਕਾਰੀ ਹੈ? ਖੇਤੀਬਾੜੀ ਦੇ ਐਕਸਪਰਟ ਖਦਸ਼ੇ ਜ਼ਾਹਰ ਕਰ ਰਹੇ ਹੈ ਕਿ ਇਹਦੇ ਨਾਲ ਕਿਸਾਨੀ ਦਾ ਲੱਕ ਟੁੱਟੇਗਾ ਹੀ ਟੁੱਟੇਗਾ। ਇਹ ਕਿਵੇਂ ਕਹਿ ਸਕਦੇ ਹੈਗੇ ਕਿ ਕਿਸਾਨੀ ਦਾ ਲੱਕ ਨਹੀਂ ਟੁੱਟੇਗਾ? ਤੁਸੀਂ ਯਾਦ ਕਰੋ 2014 ਤੋਂ ਪਹਿਲਾਂ ਓਪੀ ਧਨਖੜ ਜਿਹੜੇ ਇਹਨਾਂ ਦੇ ਕਿਸਾਨ ਵਿੰਗ ਦੇ ਜਿਹੜੇ ਹੈ BJP ਦੇ ਪ੍ਰਧਾਨ ਸੀ, ਪੂਰੇ ਮੁਲਕ ਦੇ ਵਿੱਚ ਉਹਨਾਂ ਨੇ ਇੱਕ ਮੁਹਿੰਮ ਚਲਾਈ ਤੇ ਸਵਾਮੀਨਾਥਨ ਰਿਪੋਰਟ ਨੂੰ ਲਾਗੂ ਕਰਨ ਦੀ ਗੱਲ ਕੀਤੀ। ਅੱਜ ਕਿਤੇ ਨਾ ਕਿਤੇ ਖਦਸ਼ਾ ਇਹ ਜ਼ਾਹਰ ਹੁੰਦਾ ਹੈ ਕਿ ਲੋਕਾਂ ਨੂੰ ਇਹ ਵੱਡਾ ਦਿਖਾ ਕੇ ਕਿ ਕਿਸਾਨ ਆਪਣੀ ਫਸਲ ਕਿਤੇ ਵੀ ਵੇਚ ਦੇਗਾ, ਉਹਨੂੰ ਬਹੁਤ ਰੇਟ ਮਿਲੇਗਾ, ਇਹ ਸਵਾਮੀਨਾਥਨ ਦੀ ਰਿਪੋਰਟ ਨੂੰ ਲਾਗੂ ਕਰਨ ਤੋਂ ਭੱਜ ਰਹੇ ਹੈ। ਪਹਿਲਾ ਕੁਐਸਚਨ। ਦੂਸਰੀ ਗੱਲ, ਆਰਡੀਨੈਂਸ ਦੇ ਨਾਲ ਜਿੱਥੇ ਕਿਸਾਨ ਦਾ ਤਾਂ ਨੁਕਸਾਨ ਹੈਗਾ ਹੀ ਹੈਗਾ, ਸੰਘੀ ਢਾਂਚੇ ਦਾ ਵੀ ਨੁਕਸਾਨ ਹੈ। ਤੁਸੀਂ ਬਿਲਕੁਲ ਸਹੀ ਕਿਹਾ, ਅੱਜ ਪੰਜਾਬ ਦਾ ਵੀ ਆਰਥਿਕ ਤੌਰ ਤੇ ਜਿਹੜਾ ਕਿ ਪਹਿਲਾਂ ਹੀ ਕਰਜ਼ੇ ਥੱਲੇ ਡੁੱਬਿਆ ਹੋਇਆ ਹੈ, ਕਿਉਂਕਿ 1434 ਜਿਹੜੇ ਸਾਡੇ ਕੇਂਦਰ ਹੈਗੇ ਆ ਔਰ ਜਿਹੜੇ ਮੰਡੀ ਬੋਰਡ ਦੇ, ਔਰ ਮੰਡੀ ਬੋਰਡ ਜਿਹੜਾ ਹੈਗਾ ਪੰਜਾਬ ਸਰਕਾਰ ਦਾ ਸਭ ਤੋਂ ਕਮਾਊ ਪੁੱਤਰ ਹੈਗਾ, ਕਮਾਊ ਵਿਭਾਗ ਹੈਗਾ। ਉਸ ਦੇ ਵਿੱਚ ਜਿਹੜੀਆਂ 71,000 ਕਿਲੋਮੀਟਰ ਦੇ ਲਿੰਕ ਸੜਕਾਂ ਬਣੀਆਂ ਹੋਈਆਂ ਨੇ, ਉਹ ਮੰਡੀ ਬੋਰਡ ਦੀ ਕਮਾਈ ਦੇ ਨਾਲ ਹੀ ਬਣੀਆਂ ਹੋਈਆਂ ਹੈਗੀਆਂ। ਔਰ ਮੰਡੀ ਬੋਰਡ ਤੋਂ 1000 ਕਰੋੜ ਰੁਪਏ ਦੀ ਜਿਹੜੀ ਹੈਗੀ ਹੈ ਉਹ ਪੰਜਾਬ ਸਰਕਾਰ ਨੂੰ ਹੁੰਦੀ ਹੈ। ਕਿ ਕਿਸਾਨ ਜਿਹੜਾ ਹੈਗਾ ਸੈਂਟਰ ਪੰਜਾਬ ਸਰਕਾਰ ਨੂੰ ਇੰਨਾ ਹੋਣ ਵਾਲਾ ਨੁਕਸਾਨ ਹੈ ਜਿਹੜਾ ਉਹਦੀ ਭਰਪਾਈ ਕਰੇਗਾ? ਮੇਰਾ ਇੱਕ ਸਿੱਧਾ ਜਿਹਾ ਸਵਾਲ ਹੈਗਾ। ਅਕਾਲੀ ਦਲ ਜਿਹੜਾ ਹੈਗਾ ਨਾ, ਉਹ ਮਗਰਮੱਛ ਦੇ ਹੰਝੂ ਨਾ ਬਹਾਵੇ। ਅਕਾਲੀ ਦਲ ਦੀ ਪੁਰਾਣੀ ਆਦਤ ਬਣ ਚੁੱਕੀ ਹੈ, 1997 ਤੋਂ ਲੈ ਕੇ ਉਹਨੇ ਅਕਾਲੀ ਦਲ ਨਾ ਰਹਿ ਕੇ ਇੱਕ ਪਰਿਵਾਰ ਦੀ ਪਾਰਟੀ ਬਣ ਕੇ ਰਹਿ ਗਈ ਹੈਗੀ ਹੈ। ਇਹਨਾਂ ਨੇ ਲਗਾਤਾਰ ਦਗਾ ਕਮਾਇਆ ਸਿਰਫ ਅਤੇ ਸਿਰਫ ਸੈਂਟਰ ਦੇ ਵਿੱਚ ਮਿਨਿਸਟਰੀਆਂ ਲੈਣ ਵਾਸਤੇ। ਜਦੋਂ ਇਸ ਤੋਂ ਪਹਿਲਾਂ ਵੀ ਕਦੇ ਇਸ਼ੂ ਆਇਆ ਸੀ ਕਿ ਜਦੋਂ ਤੁਸੀਂ, ਮੈਂ ਥੋੜਾ ਜਿਹਾ ਰੈਫਰੈਂਸ ਦੇਣਾ, ਜਦੋਂ CAB ਦਾ ਵੀ ਇਸ਼ੂ ਆਇਆ ਸੀ, ਉਦੋਂ ਵੀ ਉੱਥੇ ਕੁਝ ਕਹਿੰਦੇ ਸੀ, ਇੱਥੇ ਆ ਕੇ ਕਹਿੰਦੇ ਸੀ ਅਸੀਂ ਵਿਰੋਧ ਕਰਦੇ ਹੈਗੇ ਆ। ਇਹ ਦਿੱਲੀ ਕੁਝ ਕਹਿੰਦੇ ਆ, ਚੰਡੀਗੜ੍ਹ ਕੁਝ ਕਹਿੰਦੇ ਆ, ਬਠਿੰਡੇ ਕੁਝ ਕਹਿੰਦੇ ਆ, ਪਰ ਇਹ ਭੁੱਲ ਜਾਂਦੇ ਆ ਹੁਣ ਟੈਕਨੋਲੋਜੀ ਦਾ ਜ਼ਮਾਨਾ ਹੈ। ਹੁਣ ਤੁਹਾਡੇ ਚਿਕਨੀਆਂ ਚੋਪੜੀਆਂ ਗੱਲਾਂ ਦੇ ਵਿੱਚ ਲੋਕ ਨਹੀਂ ਆਉਂਦੇ। ਜਦੋਂ ਆਰਡੀਨੈਂਸ ਪਾਸ ਹੋ ਰਿਹਾ ਸੀ, ਯਾਨੀ ਕਿ ਉਸ ਦੇ ਵਿੱਚ ਕੈਬਨਿਟ ਦੇ ਵਿੱਚ ਬੀਬਾ ਹਰਸਿਮਰਤ ਕੌਰ ਬਾਦਲ ਉਸ ਕੈਬਨਿਟ ਦਾ ਹਿੱਸਾ ਨੇ, ਉਹ ਵਿੱਚ ਸੀ। ਬੀਬਾ ਹਰਸਿਮਰਤ ਕੌਰ ਕੀ ਯਾਨੀ ਕਿ ਪੰਜਾਬ ਦੇ ਲੋਕਾਂ ਦੀ ਜਾਂ ਪੰਜਾਬ ਦੇ ਕਿਸਾਨਾਂ ਦੀ ਗੱਲ ਕੀਤੀ, ਕੀ ਉਹ ਜਨਤਕ ਕਰਨਗੇ ਵੀ ਉੱਥੇ ਉਹਨਾਂ ਨੇ ਕੀ ਆਖਿਆ ਗਿਆ? ਬਿਲਕੁਲ ਇਹ ਜਨਤਕ ਨਹੀਂ ਕਰਨਗੇ। ਐਵੇਂ ਅਨਨੈਸੈਸਰੀ ਹੈ, ਇਹ ਹੰਝੂ ਬਹਾ ਰਹੇ ਨੇ। ਇਸ ਤੋਂ ਪਹਿਲਾਂ ਜਿਵੇਂ ਸੁਖਦੇਵ ਜੀ ਨੇ ਕਿਹਾ, ਬਿਲਕੁਲ ਸੱਚ ਹੈ। ਜਦੋਂ ਵਾਜਪਾਈ ਸਾਹਿਬ ਦੀ ਸਰਕਾਰ ਸੀ, ਜਦੋਂ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਸੈਂਟਰ ਦੇ ਵਿੱਚ ਮਿਨਿਸਟਰ ਸੀ, ਇਹਨਾਂ ਨੇ ਚੂੰ ਨਹੀਂ ਕੀਤੀ, ਪੰਜਾਬ ਦੀ ਜਿਹੜੀ ਹੈ ਇੰਡਸਟਰੀ ਤਬਾਹ ਕਰਕੇ ਰੱਖ ਦਿੱਤੀ। ਪਰ ਇਹਦੇ ਬਾਅਦ ਚ ਸੁਖਦੇਵ ਜੀ ਵੀ ਨਹੀਂ ਜਾ ਸਕਦੇ, ਕਿਉਂਕਿ ਚਲੋ ਠੀਕ ਹੈ, ਵਾਜਪਾਈ ਦੀ ਸਰਕਾਰ ਨੇ ਸਪੈਸ਼ਲ ਪੈਕੇਜ ਦੇ ਕੇ ਸਾਡੇ ਪਹਾੜੀ ਇਲਾਕਿਆਂ ਨੂੰ ਸਾਡੀ ਇੰਡਸਟਰੀ ਇੱਥੋਂ ਯਾਨੀ ਕਿ ਸ਼ਿਫਟ ਕਰਾਤੀ। ਪਰ ਉਸ ਤੋਂ ਬਾਅਦ ਸੁਖਦੇਵ ਪਾਰਟੀ ਨੇ ਵੀ 10 ਸਾਲ ਰਾਜ ਕੀਤਾ
ਔਰ ਮਨਮੋਹਨ ਸਿੰਘ ਨੇ ਉਹੀ ਪਾਲਿਸੀਆਂ ਜਾਰੀ ਰੱਖੀਆਂ। ਸੋ ਮੇਰਾ ਕਹਿਣ ਦਾ ਮਤਲਬ ਮੈਂ ਇਹ ਹੀ ਚਾਹ ਰਿਹਾ, ਇੱਥੇ ਚੈਨਲ ਦੇ ਉੱਤੇ ਬੈਠ ਕੇ ਜਾਂ ਲੋਕਾਂ ਨੂੰ ਮੁੱਦੂ ਬਣਾ ਕੇ ਜੇ ਤੁਸੀਂ ਰਾਜਨੀਤੀ ਨਾ ਕਰੋ ਪਲੀਜ਼। ਪੰਜਾਬ ਜਿਹੜਾ ਸਾਡਾ ਸਭ ਦਾ ਸਾਂਝਾ ਹੈਗਾ, ਇਹ ਤੁਹਾਡਾ ਵੀ ਪੰਜਾਬ ਹੈ, ਤੁਹਾਡੇ ਵੀ ਬੱਚਿਆਂ ਦਾ, ਸਾਡੇ ਵੀ ਬੱਚਿਆਂ ਦਾ ਹੈਗਾ। ਪੰਜਾਬ ਦੇ ਨਾਲ ਖੜੇ ਹੋਵੋ, ਸਿਰਫ ਤੇ ਸਿਰਫ ਜਿਹੜੀ ਹੈ ਉਹ ਰਾਜਨੀਤੀ ਨਾ ਕਰੋ। ਅੱਜ ਜਿਹੜਾ ਹੈਗਾ ਇਹ ਗੱਲ ਸਰ, ਅਕਾਲੀ ਦਲ ਨੇ ਹਮੇਸ਼ਾ ਜਿਹੜਾ ਹੈਗਾ ਸੂਬਿਆਂ ਦੇ ਵੱਧ ਅਧਿਕਾਰਾਂ ਦੀ ਗੱਲ ਕੀਤੀ ਸੀ 1900 ਪਹਿਲਾਂ। ਹੁਣ ਨਹੀਂ ਕਰਦੇ ਇਹ, 1997 ਤੋਂ ਪਹਿਲਾਂ ਸੂਬਿਆਂ ਦੇ ਵੱਧ ਅਧਿਕਾਰਾਂ ਦੀ ਗੱਲ ਕਰਦੇ ਸੀ। ਇਹ ਸਾਰਿਆਂ ਤੋਂ ਵੱਡੇ ਹਮੇਸ਼ਾ ਅਨੰਦਪੁਰ ਸਾਹਿਬ ਦੇ ਮਤੇ ਦੀ ਅੱਜ ਨਹੀਂ ਸਰ, ਮੈਨੂੰ ਗੱਲ ਕਰ ਲੈਣ ਦਿਓ। ਅੱਜ ਜਿਹੜਾ ਹੈਗਾ ਸੂਬਿਆਂ ਦੇ ਅਧਿਕਾਰਾਂ ਦੇ ਉੱਤੇ ਡਾਕਾ ਮਾਰਿਆ ਜਾ ਰਿਹਾ ਸੈਂਟਰ ਵੱਲੋਂ, ਤੇ ਚੁੱਪਚਾਪ ਇਹਨੇ ਕਿ ਹੱਥ ਜੋੜ ਕੇ ਖੜੇ ਰਹਿੰਦੇ ਵੀ ਸਾਡੀ ਮਿਨਿਸਟਰੀ ਬਖਸ਼ ਦਿਓ, ਤੁਸੀਂ ਪੰਜਾਬ ਦਾ ਜੋ ਕਰਨਾ ਉਹ ਕਰ ਲਓ। ਧਾਰਨੀ ਅਕਾਲੀ ਦਲ ਦੀ ਗੱਲ ਕਰ ਰਹੇ ਹੋ, ਕਿਹੜੇ ਤੁਸੀਂ ਜਾਨੀ ਕਿ ਦੇਣ ਦੀ ਗੱਲ ਕਰ ਰਹੇ ਹੋ, ਕੀ ਗੱਲ ਕਰ ਰਹੇ ਹੋ? ਅਸੀਂ ਕਿਸਾਨਾਂ ਦੇ ਸਾਹਮਣੇ ਖੜੇ ਹੋਵਾਂਗੇ। ਧਾਰਨੀ ਸਾਹਿਬ ਪਲੀਜ਼ ਰੱਬ ਕਰਕੇ ਜਿਹੜਾ ਪੰਜਾਬ ਦੇ ਨਾਲ ਖੜ ਜਾਓ, ਲੋਕੀ ਮਾਫ ਨਹੀਂ ਕਰਨਗੇ ਤੁਹਾਨੂੰ ਅਦਰਵਾਈਜ਼। ਜੀ ਆਪਾਂ ਗੱਲ ਮੁਕੰਮਲ ਕਰ ਲਈ ਹੈ। ਧਾਰਨੀ ਜੀ ਦਿਓਗੇ ਜਵਾਬ? ਇਹਨਾਂ ਦਾ ਕਹਿਣਾ ਕਿ ਪੰਜਾਬ ਦੇ ਲੋਕਾਂ ਦੇ ਬਿਲਕੁਲ ਦਊਂਗਾ ਜੀ, ਬਿਲਕੁਲ ਦਊਂਗਾ। ਅਕਾਲੀ ਦਾ ਦੋਗਲਾ ਚਿਹਰਾ, ਇਹ ਕਹਿੰਦੇ ਕਿ ਦਿੱਲੀ ਹੋਰ ਬੋਲਦੇ ਆ, ਪੰਜਾਬ 'ਚ ਹੋਰ ਬੋਲਦੇ ਆ, ਬਠਿੰਡਾ ਜਾ ਕੇ ਹੋਰ ਗੱਲ ਕਰਦੇ ਆ ਅਕਾਲੀ ਦਲ। ਬਿਲਕੁਲ ਨਹੀਂ, ਇਹ ਗਲਤ ਗੱਲ ਕਹਿ ਰਹੇ ਆ। ਦੇਖੋ ਇੱਕ ਗੱਲ ਬੜੀ ਕਲੀਅਰ ਹੈਗੀ ਹੈ ਕਿ ਆਮ ਆਦਮੀ ਪਾਰਟੀ ਦੇ ਜਿੰਨੇ ਵੀ ਬੁਲਾਰੇ ਹੈਗੇ ਆ ਨਾ, ਇਹਨਾਂ ਕੋਲ ਚਿਕਨੀਆਂ ਚੌਪੜੀਆਂ ਦਾ ਬਹੁਤ ਹੈਗੀਆਂ। ਇਹ ਜ਼ਰੂਰ ਮੈਂ ਇਹਨਾਂ ਨੂੰ ਇੱਕ ਹੈਗਾ ਕਿ ਇਹਨਾਂ ਨੇ CAA ਦੇ ਮੁੱਦੇ ਤੇ ਗੱਲ ਕੀਤੀ ਆ। ਅਸੀਂ ਅਫਗਾਨੀ ਸਿੱਖਾਂ ਕਰਕੇ ਉਸ ਦੀ ਹਮਾਇਤ ਸੀ, ਮੁਸਲਮਾਨਾਂ ਨੂੰ ਵਿੱਚ ਪਾਉਣ ਵਾਸਤੇ ਸਾਡਾ ਵਿਰੋਧ ਸੀ। ਕੀ ਗਲਤ ਕਹਿਤਾ ਅਸੀਂ ਪੰਜਾਬ 'ਚ ਵੀ ਇਹ ਗੱਲ ਕਹੀ, ਅਸੀਂ ਸੈਂਟਰ ਦੇ ਵਿੱਚ ਵੀ। ਇੱਕ ਮਿੰਟ ਤੇ ਹੁਣ ਇੱਕ ਮਿੰਟ, ਤੁਸੀਂ ਗੱਲ ਕੀਤੀ ਆ ਕਿ ਧਾਰਨੀ ਸਾਹਿਬ ਇਹ ਕਹਿ ਰਿਹਾ, ਸੌਰੀ ਕਿ ਮੈਂ ਟੋਕ ਰਿਹਾ ਵਿੱਚੋਂ ਤੁਹਾਨੂੰ, ਇਹ ਕਹਿ ਰਿਹਾ ਕਿ ਜਿਵੇਂ ਖੇਤੀਬਾੜੀ ਦਾ ਮਾਮਲਾ ਹੈਗਾ ਸਿੱਧੇ ਤੌਰ ਤੇ ਸਟੇਟ ਸਬਜੈਕਟ ਹੁੰਦਾ ਹੈ, ਜਿਸ ਤਰੀਕੇ ਨਾਲ ਕੇਂਦਰ ਨੇ ਸਾਰਾ ਕੁਝ ਆਪਣੇ ਹੱਥਾਂ 'ਚ ਲੈ ਲਿਆ। ਅੱਗੇ ਕੇਵਲ ਕੀਮਤ ਤੈਅ ਕਰਨ ਦੀ ਗੱਲ ਸੀ, ਹੁਣ ਖੇਤੀ ਆਰਡੀਨੈਂਸ ਕਰਕੇ ਸਾਰਾ ਕੁਝ ਮੰਡੀਆਂ ਦਾ ਸਿਸਟਮ ਦੂਜਾ ਸਾਰਾ ਉਹ ਕੇਂਦਰ ਕੋਲੇ ਚਲਾ ਗਿਆ। ਇਹ ਕਹਿ ਰਿਹਾ ਵੀ ਜਿਹੜੇ ਰਾਜਾਂ ਦੇ ਅਧਿਕਾਰ ਸੀ ਉਹ ਵੀ ਕੇਂਦਰ ਲੈ ਰਿਹਾ, ਵੀ ਅਕਾਲੀ ਦਲ ਫੈਡਰਲ ਢਾਂਚੇ ਦਾ ਹਮਾਇਤੀ ਸੀ ਤੇ ਅਕਾਲੀ ਦਲ ਦੇ ਅੱਖੀ ਵੇਖਣ ਸਾਰਾ ਕੁਝ ਵਾਪਰ ਰਿਹਾ, ਅਕਾਲੀ ਦਲ ਕਿਉਂ ਨਹੀਂ ਵਿਰੋਧ ਕਰ ਰਿਹਾ? ਜੀ ਮੇਰੀ ਬੇਨਤੀ ਸੁਣ ਲਿਓ ਜੀ। ਦੂਜੀ ਗੱਲ ਇਹਨਾਂ ਦੀ ਦਾ ਪਹਿਲਾਂ ਮੈਂ ਉਹ ਪਹਿਲੀ ਦਾ ਜਵਾਬ ਦੇ ਦੇਵਾਂ। ਇਹਨਾਂ ਨੇ ਕਿਹਾ ਕਿ ਜਿਹੜੇ ਜੀ ਐਕਸਪਰਟ ਖਦਸ਼ੇ ਜ਼ਾਹਰ ਕਰਦੇ ਆ, ਕੀ ਸਾਹਿਬ ਉਹਨਾਂ ਨਾਲੋਂ ਜ਼ਿਆਦਾ ਇੰਟੈਲੀਜੈਂਟ ਹੋ ਗਏ ਜਾਂ ਅਸੀਂ ਉਹਨਾਂ ਨਾਲੋਂ ਜ਼ਿਆਦਾ ਇੰਟੈਲੀਜੈਂਟ ਹੋ ਗਏ? ਮੈਂ ਇਹਨਾਂ ਦੇ ਗਿਆਤ ਵਾਸਤੇ ਦੱਸਣਾ ਚਾਹੁੰਦਾ ਕਿ ਐਗਰੀਕਲਚਰ ਮਿਨਿਸਟਰੀ ਦੇ ਵਿੱਚ ਇਹਨਾਂ ਨਾਲੋਂ ਬਹੁਤ ਜ਼ਿਆਦਾ ਵੱਧ ਐਕਸਪਰਟ ਵੀ ਬੈਠੇ ਆ, IAS ਵੀ ਬੈਠੇ ਆ, ਜਿਹੜੇ ਬਣਾਉਂਦੇ ਹੈਗੇ ਆ, ਪਲੈਨਿੰਗ ਕਰਦੇ ਹੈਗੇ ਆ, ਉਸ ਤੋਂ ਬਾਅਦ ਉਹਦੇ ਰਿਜ਼ਲਟ ਸਿੱਟੇ ਜੀ ਕੀ ਆਉਣੇ ਹੈਗੇ ਆ ਉਹਦੇ ਤੇ ਕਰਦੇ ਹੈਗੇ ਆ। ਇੱਕ ਐਲੀਗੇਸ਼ਨ ਲਾਉਣ ਵਾਲੀ ਗੱਲ, ਇਹ ਕਹਿਣਾ ਕਿ ਜੀ ਇਹ ਜਿਹੜੇ ਹੈਗੇ ਆ ਬਿਲਕੁਲ ਖਦਸ਼ੇ ਜਾਇਜ਼ ਹੈਗੇ ਆ, ਅਸੀਂ ਵੀ ਮੰਨਦੇ ਆ, ਪਰ ਸਵਾਲ ਇਹ ਹੈਗਾ ਜੀਰੀ ਨੂੰ ਆਉਣ ਦਿਓ ਉਹਦੇ ਵਿੱਚ। ਜਦੋਂ ਇਹਨਾਂ ਨੇ ਦੂਰ ਸੰਚਾਰ ਦਾ ਪੱਠਾ ਬਿਠਾਇਆ, ਠੀਕ ਹੈ, ਦੂਰ ਸੰਚਾਰ ਅੱਜ ਟੋਟਲੀ ਬੰਦ ਹੋ ਗਿਆ, ਪਰ ਉਹਦਾ ਰਿਜ਼ਲਟ ਕੀ ਆਏ? ਰਿਜ਼ਲਟ ਇਹ ਆਏ ਕਿ ਅੱਜ ਪ੍ਰਾਈਵੇਟ ਪਲੇਅਰ ਬੇਸ਼ੱਕ ਜ਼ਰੂਰ ਆ ਗਏ ਵਿੱਚ, ਪਰ ਲੋਕਾਂ ਨੂੰ ਕਨਵੀਨੀਅੰਸ ਕਿੰਨੀ ਹੋ ਗਈ। ਇਸੇ ਤਰ੍ਹਾਂ ਜਿਹੜੇ ਹੈਗੇ ਬਿਜਲੀ ਦੀ ਗੱਲ, ਬਿਜਲੀ ਦੇ ਵਿੱਚ ਪ੍ਰਾਈਵੇਟ ਪਲੇਅਰ ਜ਼ਰੂਰ ਆ ਗਏ, ਪਰ ਲੋਕਾਂ ਨੂੰ ਕਨਵੀਨੀਅੰਸ ਕਿੰਨੀ ਹੋਈ। ਐਸੇ ਤਰ੍ਹਾਂ ਜਿਹੜਾ ਹੈਗਾ ਇਹਦੇ ਦੇਖਣ ਦੀ ਲੋੜ ਹੈਗੀ ਹੈ। ਦੂਜੀ ਗੱਲ ਧਾਰਨੀ ਸਾਹਿਬ ਬਿਲਕੁਲ ਧਾਰਨੀ ਸਾਹਿਬ, ਇਹਨੂੰ ਕਾਰਪੋਰੇਟ ਹਾਊਸਿਸ ਨਾਲ ਇਹਦਾ ਕੰਪੈਰੀਜ਼ਨ ਨਾ ਕਰੀਏ। ਆਪਾਂ ਗੱਲ ਕਰਦੇ ਹਾਂ ਜਿਹੜਾ ਕਿਸਾਨ ਮੈਨੂੰ ਬੋਲਣ ਦਿਓ ਜੀ, ਬੋਲਣ ਦਿਓ। ਸੰਖੇਪ ਦੇ ਜਿੱਥੇ ਤੱਕ ਇਹ ਗੱਲ ਕਰ ਰਹੇ ਹੈਗੇ ਆ ਕਿ ਇਹ ਜਿਹੜਾ ਹੈਗਾ ਜੀ ਸਟੇਟ ਸਬਜੈਕਟ ਹੈ ਤੇ ਸੈਂਟਰ ਨੇ ਆਪਣੇ ਹੱਥ ਦੇ ਵਿੱਚ ਕਰ ਲਿਆ। ਸਟੇਟ ਸਬਜੈਕਟ ਸੀ ਜੇ, ਤਾਂ ਹੀ ਤਾਂ ਕਾਂਗਰਸ ਨੇ ਆਰਡੀਨੈਂਸ ਪਾਸ ਕਰਿਆ ਜੀ 17 ਦੇ ਵਿੱਚ। ਅੱਜ ਲੋਕਾਂ ਨੂੰ ਮਗਰ ਮੱਚਦੇ ਹੰਝੂ ਦਿਖਾ ਰਹੇ ਹੈਗੇ ਆ। ਅੱਜ ਕਹਿੰਦੇ ਅਸੀਂ ਧਰਨੇ ਲਾਵਾਂਗੇ ਜੀ, ਫਤਿਹਗੜ੍ਹ ਸਾਹਿਬ ਦੀ ਧਰਤੀ ਤੇ ਲਾਵਾਂਗੇ। ਮੈਂ ਕੁਐਸਚਨ ਕਰੂੰਗਾ ਆਪਣਾ ਉਹਨਾਂ ਨੂੰ, ਜਾਖੜ ਸਾਹਿਬ ਨੂੰ, ਵੀ ਇਹ 2017 ਵਾਲੇ ਦਾ ਜਵਾਬ ਦਿਓ ਜੀ। ਤੁਸੀਂ ਇਹ ਕਿਉਂ ਪਾਸ ਕੀਤਾ? ਤੁਸੀਂ ਅੱਜ ਰਿਜ਼ਾਈਨ ਕਰੋ ਇੱਥੇ ਖੜ ਕੇ। ਜਿਹੜਾ ਹੈਗਾ ਇਹ ਕਿਹੜੀਆਂ ਗੱਲਾਂ ਕਰਦੇ ਹੋਏਗੇ ਆ? ਇਹ ਜਿਹੜੀਆਂ ਗੱਲਾਂ ਰਹਿ ਗਈ ਸੰਘੀ ਢਾਂਚੇ ਦੀ ਗੱਲ, ਜੇ ਸੰਘੀ ਢਾਂਚੇ ਦੀ ਹਮਾਇਤ ਕੀਤੀ ਹੈ ਤਾਂ ਸ਼੍ਰੋਮਣੀ ਅਕਾਲੀ ਦਲ ਨੇ ਹੀ ਕੀਤੀ ਹੈ, ਔਰ ਅੱਗੇ ਨੂੰ ਵੀ ਕਰਦਾ ਰਹੂਗਾ, ਹੋਰ ਕਿਸੇ ਨੇ ਨਹੀਂ ਕੀਤੀ ਹੈਗੀ। ਇੱਥੇ
ਇਹ ਗੱਲ ਕਰ ਰਹੇ ਹੈਗੇ ਆ ਆਪਣੇ ਨੀਲ ਆਪਣੇ ਗਰਗ ਗਰਗ ਜੀ, ਜੀ ਨੀਲ ਗਰਗ। ਇਹਨਾਂ ਦੇ ਆਪਣੇ ਮਾਨ ਸਾਹਿਬ ਨੇ ਸਵਾਏ ਮਜ਼ਾਕੀਆ ਗੱਲਾਂ ਕਰਨ ਤੋਂ ਇੱਕ ਵੀ ਜਿਹੜੀ ਹੈਗੀ ਆ ਪਾਰਲੀਮੈਂਟ ਦੇ ਵਿੱਚ ਉਹ ਸੰਜੀਦਗੀ ਵਾਲੀ ਗੱਲ ਜਿਹੜੀ ਹੈਗੀ ਆ ਕਰੀ ਹੋਵੇ। ਚਲੋ ਛੱਡੋ, ਚਲੋ ਓਕੇ ਮੈਂ ਓਕੇ, ਕਹਿੰਦਾ ਮੇਰੀ ਗੱਲ ਸੁਣੋ, ਆਪਾਂ ਭਗਵੰਤ ਮਾਨ ਜੀ ਆਪਣੀ resign ਗੱਲ ਆ ਕਰਕੇ ਗਈ ਆ ਜਾਣ ਵੀ ਇਹ ਗਲਤ ਕਰ ਰਹੇ ਹੈਗੇ ਆ। ਤੁਸੀਂ ਕਰਿਆ ਕਿਸੇ ਨੇ? ਗੱਲਾਂ ਕਰਦੀਆਂ ਹੁੰਦੀਆਂ ਇੱਥੇ ਧਾਰਨੀ ਸਾਹਿਬ ਸਾਰੇ ਧਾਰਨੀ ਜੀ ਰਿਜ਼ਾਈਨ ਕਰਨ ਦੇ ਨਾਲ ਹਾਂਜੀ, ਜੇ ਆਪਾਂ ਹਾਂਜੀ, ਕਹਿੰਦੇ ਹਾਂਜੀ। ਕੈਪਟਨ ਅਮਰਿੰਦਰ ਰਿਜ਼ਾਈਨ ਕਰਦੇ, ਭਗਵੰਤ ਮਾਨ ਰਿਜ਼ਾਈਨ ਕਰਦੇ, ਸਵਾਲ ਤਾਂ ਆਰਡੀਨੈਂਸ ਦੇ ਮੁੱਦਿਆਂ ਤੇ ਇਸ਼ੂ ਜਿਹੜਾ ਗਲਤ ਜਾਂ ਠੀਕ ਹੈ ਉਹਨਾਂ ਮੁੱਦੇ ਤੇ ਆਪਾਂ ਚਰਚਾ ਕਰ ਰਹੇ ਹਾਂ। ਥੈਂਕ ਯੂ ਵੈਰੀ ਮਚ, ਤੁਹਾਡਾ ਵਿਊ ਪੁਆਇੰਟ ਆ ਗਿਆ। ਆਰਡੀਨੈਂਸ ਦਾ 17 ਚ ਪਾਸ ਕਰੀ ਬੈਠੇ ਆ। ਓਕੇ ਓਕੇ, ਥੈਂਕ ਯੂ। ਆਪਾਂ ਜਵਾਬ ਲੈ ਲਈਏ। ਮੈਂ ਨਾ ਹੁਣ ਧਾਰਨੀ ਸਾਹਿਬ ਦੀ ਗੱਲ ਦਾ ਜਵਾਬ ਦੇ ਦਿਆਂ। ਧਾਰਨੀ ਸਾਹਿਬ ਕੋਲੇ ਗੱਲ ਦਾ ਜਵਾਬ ਹੈ ਨਹੀਂ। ਇਹ 17 ਵਾਲੇ ਆਰਡੀਨੈਂਸਾਂ ਦੀ ਗੱਲ ਕਰਦਾ। ਇਹ 17 ਵਾਲੇ ਆਰਡੀਨੈਂਸਾਂ ਚ ਤਾਂ ਐਕਸਪੋਰਟ ਕਰਦੇ ਨੇ। ਕਿੱਥੇ ਅਸੀਂ ਐਮਐਸਪੀ ਤਾਂ ਅਸੀਂ ਬਣਾਉਂਦੇ ਹੀ ਨਹੀਂ, ਨਾ ਅਸੀਂ ਖਤਮ ਕਰ ਸਕਦੇ ਹਾਂ। ਇਹ ਕਿਹੜੀਆਂ ਗੱਲਾਂ ਕਰੀ ਜਾਂਦੇ ਨੇ ਇਹ? ਲੋਕਾਂ ਨੂੰ ਇੱਥੇ ਬੈਠ ਕੇ ਆਪਦੀ ਗੱਲ ਨੂੰ ਟਿਲਟ ਕਰਕੇ ਕੋਈ ਜਵਾਬ ਹੈ ਨਹੀਂ। ਦੂਜੀ ਗੱਲ, ਮੈਂ ਇਹਨਾਂ ਦੇ ਡਬਲ ਮੇਰਾਂ ਦੀ ਗੱਲ ਸੁਣਾਉਣ ਲੱਗਿਆ। ਇਹ ਜਿਹੜੀਆਂ ਗੱਲ ਕਰਦੇ ਨੇ, ਇਹ ਕਹਿੰਦੇ ਵੀ ਸਾਡੇ ਤੋਂ ਵੱਡਾ ਲੜਾਕਾ ਹੀ ਕੋਈ ਨਹੀਂ। ਇਹ ਬਿਲਕੁਲ ਲੜਾਕੇ ਨੇ, ਪਰ ਇਹਨਾਂ ਨੂੰ ਜਦੋਂ ਕਨਵੀਨੀਅੰਸ ਹੁੰਦਾ ਉਦੋਂ ਲੜਾਕੇ ਨੇ। ਮੈਂ ਹੁਣ ਇਹਨਾਂ ਨੂੰ ਗੱਲ ਦੱਸਦਾ। ਇਹ ਬਿਜਲੀ ਦੀ ਬੜੀ ਗੱਲ ਕਰਦੇ ਸੀ। ਬਿਜਲੀ ਬਿੱਲ 2003 ਆਇਆ। 2003 ਦੇ ਵਿੱਚ ਸਰਕਾਰ ਕਿਹਦੀ ਸੀ? ਅਟਲ ਬਿਹਾਰੀ ਵਾਜਪਾਈ ਦੀ। ਮੰਤਰੀ ਕੌਣ ਸੀ? ਸਰਦਾਰ ਸੁਖਬੀਰ ਸਿੰਘ ਬਾਦਲ। ਬਿਜਲੀ ਬਿੱਲ 2003 ਆਇਆ ਵੀ ਬਿਜਲੀ ਬੋਰਡਾਂ ਨੂੰ ਤੋੜ ਦੋ। ਠੀਕ ਹੈ ਜੀ। 2005 ਦੇ ਵਿੱਚ ਸਰਕਾਰ ਆ ਗਈ ਆਪਣੀ ਕਾਂਗਰਸ ਦੀ ਪੰਜਾਬ ਦੇ ਵਿੱਚ ਆਪਣੇ ਸੱਤ ਚ। ਇਹ ਉਦੋਂ ਤੱਕ ਤਾਂ ਇਹ ਉਹਨੂੰ ਗੁਣਗਾਨ ਕਰਦੇ ਰਹੇ ਬਿੱਲ ਦਾ। ਜਦੋਂ ਸਰਕਾਰ ਕਾਂਗਰਸ ਦੀ ਆ ਗਈ ਇਹਨਾਂ ਨੂੰ ਐ ਹੋ ਗਿਆ ਵੀ ਨਹੀਂ ਹੁਣ ਇਹ 2002 ਚ ਇਹਨਾਂ ਨੇ ਕਾਲੇ ਚੋਗੇ ਪਾ ਕੇ ਮਜ਼ਾਕ ਕਰਦੇ ਰਹੇ। ਢੀਂਡਸਾ ਸਾਹਿਬ ਹੋਣੀ, ਇਹ ਧਾਰਨੀ ਸਾਹਿਬ ਹੋਣੀ ਵੀ ਅਸੀਂ ਤਾਂ ਜੀ ਇਹ ਬਿਜਲੀ ਬਿੱਲ ਤੋੜ। ਕੈਪਟਨ ਅਮਰਿੰਦਰ ਸਿੰਘ ਨੇ 5 ਸਾਲ ਨਹੀਂ ਤੋੜੇ। ਉਹ ਬਿਜਲੀ ਬਿੱਲ 2003 ਨੂੰ ਨਹੀਂ ਮੰਨਿਆ। ਉਸ ਤੋਂ ਬਾਅਦ ਇਹਨਾਂ ਦੀ ਸਰਕਾਰ 7 ਚ ਤੇ ਇਹਨਾਂ ਨੇ ਆ ਕੇ 2009 ਤੋਂ ਤੋੜਤੇ। ਉਹ ਕਾਲੇ ਚੋਗੇ ਕਿੱਥੇ ਨੇ? ਔਰ ਉਹ ਵੀ ਤੋੜ ਕੇ ਫਿਰ ਇਹਨਾਂ ਨੇ ਕਹਿਤਾ ਵੀ ਮੈਂ ਤਾਂ ਹਰਮੰਦਰ ਸਾਹਿਬ ਕੰਨੀ ਸਹੁੰ ਖਾ ਕੇ ਬਾਦਲ ਸਾਹਿਬ ਨੇ ਕਹਿਤਾ ਉਸ ਮੀਟਿੰਗ ਦੇ ਵਿੱਚ ਮੈਂ ਸੀ, ਮੈਂ ਗਵਾਹ ਉਸ ਗੱਲ ਦਾ ਵੀ ਕੋਈ ਕਿਸਮ ਨੁਕਸਾਨ ਨਹੀਂ ਹੋਊਗਾ ਭਾਈ ਤੁਹਾਡਾ। ਹੋਇਆ ਕਿ ਉਸ ਤੋਂ ਬਾਅਦ 1 ਲੱਖ ਤੋਂ ਉੱਪਰ ਪੋਸਟ ਹੁੰਦੀ ਸੀ ਬਿਜਲੀ ਬੋਰਡ ਦੇ ਵਿੱਚ। ਉਸ ਟਾਈਮ 99,000 ਭਰੀ ਵੀ ਸੀ। ਉਦੋਂ ਬਾਅਦ ਕੀ ਹੋ ਗਿਆ? ਇਹਨਾਂ ਦੇ ਟਾਈਮ 'ਚ 46,000 ਤੇ ਬਾਰਗੋ ਲਾਤੀ ਵੀ ਰਹਿ ਨਹੀਂ ਸਕਦੀਆਂ। ਔਰ ਇਹ ਗੱਲਾਂ ਕਰਦੇ ਨੇ ਲੋਕ ਹਤੈਸ਼ੀ, ਪਰ ਪਤਾ ਕੀ ਹੈ ਖੰਡ ਇਸ ਤਰੀਕੇ ਦੇ ਨਾਲ ਉਹ ਟਾਈਮ ਚਲੇ ਗਏ। ਮੈਂ ਗੱਲ ਕਰ ਸਕਦੀ ਨਾਲ ਬਿਲਕੁਲ ਸਹਿਮਤ ਹਾਂ ਵੀ ਉਹ ਸਮਾਂ ਚਲੇਗਾ ਜਦੋਂ ਗੱਲ ਛੁਪਾਈ ਜਾ ਸਕਦੀ ਸੀ। ਹੁਣ ਇਹ ਗੱਲਾਂ ਛੁਪਦੀਆਂ ਨਹੀਂ। ਦੂਜੀ ਗੱਲ ਜਿਹੜੀ ਮੈਨੂੰ ਇੱਕ ਲਾਈਨ ਦਾ ਜਿਹੜੀ ਗੱਲ ਮੈਂ ਕਹਿਣੀ ਚਾਹੁੰਦਾ, ਹਾਂ ਇੱਕ ਗੱਲ ਦਾ ਕਮੈਂਟਸ ਮੈਂ ਦੇ ਦੇਵਾਂ। ਜਿਹੜੀ ਇਹ ਗੱਲ ਮੈਂ ਕਹਿਣੀ ਚਾਹੁੰਦਾ ਵੀ ਇਹ ਬਿਲਕੁਲ ਮੰਡੀ ਬੋਰਡ ਨੂੰ ਤਬਾਹ ਕਰ ਦੇਣਗੇ। ਔਰ ਮੰਡੀ ਬੋਰਡ ਦੀ ਜਿਹੜੀ 5,000 ਕਰੋੜ ਦੀ ਇਨਕਮ ਹੈ ਜਿਹਦੇ ਨਾਲ ਅਸੀਂ ਉਹ ਕਰਦਾ ਉਹ ਬਿਲਕੁਲ ਖਤਮ ਹੋ ਜਾਊਗਾ। ਔਰ ਇਸ ਕਰਕੇ ਅੱਜ ਇਹਨਾਂ ਕੋਲ ਇਹਨਾਂ ਸਵਾਲਾਂ ਦਾ ਜਵਾਬ ਨਹੀਂ। ਇਹ ਉਹਨਾਂ ਗੱਲਾਂ ਦੇ ਉੱਤੇ ਘੁੰਮਦੇ ਫਿਰਦੇ ਆ। ਕੱਲ ਨੂੰ ਅਸੀਂ ਫਤਿਹਗੜ੍ਹ ਸਾਹਿਬ ਤੋਂ ਐਜੂਕੇਸ਼ਨ ਸ਼ੁਰੂ ਕਰਾਂਗੇ। ਸਵਾਲ ਤਾਂ ਹੈ ਧਾਰਨੀ ਸਾਹਿਬ ਫਤਿਹਗੜ੍ਹ ਤੋਂ ਨੇ ਬਰਾਬਰ ਐਜੂਕੇਸ਼ਨ ਕਰਨ ਵੀ ਅਸੀਂ ਇਸ ਬਿੱਲ ਦੀ ਹਮਾਇਤ ਕਰਦੇ ਆ। ਅਸੀਂ ਇਹਨਾਂ ਨਾਲ ਸਹਿਮਤ ਹੋਵਾਂਗੇ। ਤੀਜੀ ਗੱਲ ਬਾਕੀ ਤੋਂ ਰਿਜ਼ਾਈਨ ਮੰਗਦੇ ਆ, ਆਪਦੇ ਰਿਜ਼ਾਈਨ ਦੇਣ ਦੀ ਗੱਲ ਹੀ ਨਹੀਂ ਕਰਦੇ। ਆਪਦੇ ਰਿਜ਼ਾਈਨ ਵੇਲੇ ਚੁੱਪ ਹੋ ਜਾਂਦੇ। ਕੱਲ ਨੂੰ ਫਤਿਹਗੜ੍ਹ ਤੋਂ ਸ਼ੁਰੂ ਕਰਾਂਗੇ। ਮੈਂ ਸਵਾਲ ਕਰੂੰਗਾ, ਤੁਸੀਂ ਲੋਕਾਂ ਦੇ ਵਿੱਚ ਜਵਾਬ ਦਿਓ। ਟੈਲੀਵਿਜ਼ਨ ਬਿਲਕੁਲ ਦੇਵਾਂਗੇ। ਕੱਲ ਨੂੰ ਆਓ ਔਰ ਆਓ ਧਾਰਨਾ ਰਾਓ ਧਾਰਨੀ ਸਾਹਿਬ ਕੱਲ ਨੂੰ ਫਤਿਹਗੜ੍ਹ ਜਵਾਬ ਦੇਵਾਂਗੇ ਲੋਕਾਂ ਨੂੰ ਤੁਹਾਡਾ। ਜੀ ਨੀਲ ਗਰਗ ਇੱਕ ਸਵਾਲ, ਆਖਰੀ ਸਵਾਲ ਜਿਹੜਾ ਹੈਗਾ, ਇਹਨਾਂ ਨੇ ਕਿਹਾ ਕਿ ਭਗਵੰਤ ਮਾਨ ਜਿਹੜਾ ਹੈਗਾ ਕਿੱਥੋਂ ਲੋਕਾਂ ਦਾ ਹਮਾਇਤੀ ਆ ਗਿਆ। ਤੁਹਾਡੇ ਪਾਰਟੀ ਦੇ ਪ੍ਰਧਾਨ ਤੇ ਵੀ ਇਹਨਾਂ ਨੇ ਕਮੈਂਟਸ ਕੀਤੇ ਆ ਜਿਹੜੇ ਹੈਗੇ ਆ ਖਾਮਖਾ ਜਿਹੜਾ ਹੈਗਾ ਤੁਸੀਂ ਉਹਨਾਂ ਮੁੱਦਿਆਂ ਨੂੰ ਮੁੱਦੇ ਬਣਾ ਲੈਣ ਜਿਹੜੇ ਕੋਈ ਲੋਕਾਂ ਦੇ ਮੁੱਦੇ ਨਹੀਂ ਹੈਗੇ। ਭਗਵੰਤ ਮਾਨ ਦੇ ਮੁੱਦੇ ਤੇ ਇੱਕ ਲਾਈਨ ਦਾ ਕਮੈਂਟਸ ਮੈਂ ਜ਼ਰੂਰ ਤੁਹਾਡਾ ਲੈਣਾ ਚਾਹੁੰਦਾ। ਇਸ ਤੋਂ ਬਾਅਦ ਸਮਾਂ ਨਹੀਂ ਆਪਾਂ ਨੂੰ ਇਜਾਜ਼ਤ ਨਹੀਂ ਦੇ ਰਿਹਾ। ਜੀ ਗਰਗ ਸਾਹਿਬ ਦੇਖੋ ਭਗਵੰਤ ਮਾਨ ਪਾਰਲੀਮੈਂਟ ਦੇ ਵਿੱਚ ਕੀ ਕਰਦਾ ਸਾਰੀ ਪੰਜਾਬ ਦੀ ਦੁਨੀਆ, ਪੰਜਾਬ ਦੇ ਲੋਕ ਇਸ ਨੂੰ ਜਾਣਦੇ ਆ। ਪਰ ਮੈਂ ਲਾਸਟ ਇੱਕ ਗੱਲ ਜ਼ਰੂਰ ਕਹਿਣੀ ਚਾਹਾਂਗਾ, ਮੈਨੂੰ ਦੇ ਦਿਓ ਬਸ ਪਲੀਜ਼ ਕਿਰਪਾ ਕਰਕੇ। ਇਹ ਦੋਨੋਂ ਹੀ ਪੋਲੀਟੀਕਲ ਪਾਰਟੀਆਂ ਹੁਣ ਤੱਕ ਕਿਸਾਨ ਦੇ ਹਮਾਇਤੀ ਹੋਣ ਦੀਆਂ ਹਾਮੀ ਭਰਦੀਆਂ ਨੇ, ਪਰ ਤੁਸੀਂ ਭੁੱਲ ਸਕਦੇ ਹੋ ਸੁੱਚਾ ਸਿੰਘ ਲੰਗਾਹ ਨੇ 5 ਲੱਖ ਜਿਹੜੀ ਬੀਜ ਦੀ ਸਬਸਿਡੀ ਔਰ ਜਥੇਦਾਰ ਤੋਤਾ ਸਿੰਘ ਦੇ ਨਕਲੀ ਦਵਾਈਆਂ ਦਾ ਅੱਜ ਫਿਰ ਜਿਹੜਾ ਬੀਜਾਂ ਦਾ ਘਪਲਾ ਹੋਣਾ, ਕੀ ਇਹ ਕਿਸਾਨ ਤੇ ਹਮਾਇਤੀ ਹੋਣ ਦੀ ਸਬੂਤ ਹੈ ਜਾਂ ਨਹੀਂ ਹੈ? ਇਹ ਸਵਾਲ ਲੋਕ ਜਾਣਦੇ ਨੇ, ਲੋਕਾਂ ਦੀ ਕਚਹਿਰੀ ਦੇ ਵਿੱਚ ਹੈਗਾ ਤੇ ਇਹਨਾਂ ਦਾ ਜਵਾਬ ਤੇ ਸਾਨੂੰ ਪਤਾ ਹੀ ਹੈ। ਆਪਾਂ ਓਕੇ ਥੈਂਕ ਯੂ। ਆਪਾਂ ਫਿਰ ਕਿਸੇ ਵੇਲੇ ਜਿਹੜਾ ਹੁਣ ਆਪਾਂ ਨੂੰ ਸਮਾਂ ਇਜਾਜ਼ਤ ਨਹੀਂ ਦੇ ਰਿਹਾ। ਗਰਗ ਸਾਹਿਬ ਮੇਰਾ ਲਾਸਟ ਕਮੈਂਟ ਤਾਂ ਲੈ ਲਓ ਜੀ। ਬਹੁਤ ਮੇਰਾ ਲਾਸਟ ਕਮੈਂਟ ਤਾਂ ਲੈ ਲਓ ਜ਼ਰੂਰ ਦਿਓ।
ਇੱਕ ਲਾਈਨ ਦੇ ਜ਼ਰੂਰ ਧਾਮੀ ਵਿੱਚ ਸਾਹਿਬ। ਸਰਦਾਰ ਸੁਖਦੇਵ ਸਿੰਘ ਉਹਨਾਂ ਨੇ ਜ਼ਰੂਰ। ਸਾਰੀ ਉਮਰ ਇਲੈਕਟ੍ਰਿਸਿਟੀ ਬੋਰਡ ਦੇ ਨਾਲ ਇਹ ਜੁੜੇ ਰਹੇ ਹੈਗੇ ਆ। ਇਹਨਾਂ ਨੇ ਪਿੱਛੇ ਬਹੁਤ ਰੌਲਾ ਪਾਇਆ ਸੀ ਕਿ ਵਾਧੂ ਮਹਿੰਗੇ ਰੇਟਾਂ ਤੇ ਬਿਜਲੀ ਖਰੀਦ ਕੇ ਪਿੰਡ ਉੱਤੇ ਬੋਝ ਪਾਉਂਦੇ ਆ। ਇਹਨਾਂ ਨੇ ਕੋਈ ਕੇਸ ਐਸਾ ਪਾਤਾ ਕਿ ਉਹ ਜਿਹੜੇ ਹੈਗੇ ਆ ਉਹ ਜਿਹੜੇ ਸਮਝੌਤੇ ਰੱਦ ਕੀਤੇ ਜਾਣ। ਇੱਕ ਚਲੋ। ਬਿਲਕੁਲ ਸੈਂਟਰ ਗਵਰਨਮੈਂਟ ਨੂੰ ਲਿਖਿਆ, ਸੈਂਟਰ ਗਵਰਨਮੈਂਟ ਨੂੰ ਲਿਖਿਆ ਤੋੜਾ ਖਰਾਬ ਤੋੜੋ, ਔਰ ਉਹਦਾ ਸਾਨੂੰ ਇੱਕ ਸਿੱਟਾ ਮੈਂ ਤੁਹਾਨੂੰ ਦੱਸਦਾ ਨਿਕਲਿਆ, ਅਸੀਂ ਤੋੜਿਆ, ਸੈਂਟਰ ਗਵਰਨਮੈਂਟ ਨੂੰ ਲਿਖਿਆਗਾ। ਉਹ ਕਾਂਗਰਸ ਪਾਰਟੀ ਦੇ ਸੁਖਦੇਵ ਜੀ, ਸ਼੍ਰੋਮਣੀ ਅਕਾਲੀ ਦਲ ਦੇ ਅਮਰਦੀਪ ਧਾਰਨੀ ਜੀ ਤੇ ਆਮ ਆਦਮੀ ਪਾਰਟੀ ਦੇ ਅਨਿਲ ਗਰਗ, ਤਿੰਨੇ ਮਹਿਮਾਨਾਂ ਦਾ ਬਹੁਤ ਬਹੁਤ ਧੰਨਵਾਦ। ਇੱਕ ਗੱਲ ਬੜੀ ਸਪਸ਼ਟ ਹੈ ਕਿ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਜਿਹੜੇ ਖੇਤੀ ਨਾਲ ਜੁੜੇ 3 ਆਰਡੀਨੈਂਸ ਲਿਆਂਦੇ ਰਹੇ ਹੈ, ਉਹ ਕਿਸੇ ਵੱਡੇ ਪੱਧਰ ਤੇ ਕਿਸਾਨੀ ਦੀ ਤਬਾਹੀ ਦੀ ਇੱਕ ਵਜ੍ਹਾ ਬਣ ਸਕਦੇ ਹੈ। ਇਹਦਾ ਇੱਕ ਮੋਟਾ ਜਿਹਾ ਸਬੂਤ ਇਹੀ ਹੈ ਕਿ ਕਿਸਾਨੀ ਅੰਦੋਲਨ ਬਹੁਤ ਵੱਡੀ ਪੱਧਰ ਤੇ ਉੱਠ ਰਿਹਾ ਹੈ, ਵਿਰੋਧ ਕੀਤਾ ਜਾ ਰਿਹਾ ਹੈ। ਬੇਸ਼ੱਕ ਕੋਈ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਜਿਹੜੀ ਹੈਗੀ ਹੈ ਇਹਨਾਂ ਮੁੱਦਿਆਂ ਤੇ ਹਮਾਇਤ ਕਰ ਰਹੀਆਂ ਕਿ ਕਿਸਾਨਾਂ 'ਚ ਖੁਸ਼ਹਾਲੀ ਆਏਗੀ, ਪਰ ਜਿਹੜੀਆਂ ਪ੍ਰਸਥਿਤੀਆਂ ਬਣੀਆਂ ਹੈ, ਇਹਨਾਂ ਪ੍ਰਸਥਿਤੀਆਂ ਦੇ ਮੱਦੇਨਜ਼ਰ ਆਉਣ ਵਾਲਾ ਸਮਾਂ ਇਹਨਾਂ ਸਾਰੀਆਂ ਰਾਜਸੀ ਪਾਰਟੀਆਂ ਦੇ ਲਈ ਇੱਕ ਚੁਣੌਤੀ ਦੇ ਰੂਪ 'ਚ ਉੱਭਰ ਕੇ ਸਾਹਮਣੇ ਆ ਰਿਹਾ ਹੈ। ਇਹਨਾਂ ਮੁੱਦਿਆਂ ਤੇ ਆਉਣ ਦੇ ਲਈ ਮੈਂ ਤੁਹਾਡੇ ਸਾਰਿਆਂ ਵੱਲੋਂ ਇੱਕ ਫਿਰ ਇਹਨਾਂ ਦਾ ਮੁੜ ਧੰਨਵਾਦੀ ਹਾਂ। ਇਸ ਦੇ ਨਾਲ ਹੀ ਮੈਨੂੰ ਦਿਓ ਇਜਾਜ਼ਤ। ਸਤਿ ਸ੍ਰੀ ਅਕਾਲ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।